ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ, ਵੈਲਕਮ। ਧੰਨਵਾਦ ਰੰਧਾਵਾ ਜੀ। ਮਨਪ੍ਰੀਤ ਜੀ, ਇੱਕ ਵੱਡੇ ਆਗੂ ਦੀ ਟਿੱਪਣੀ ਕਿ ਕੇਂਦਰ ਹੁਣ ਕਿਸਾਨਾਂ ਨੂੰ ਵਸਾ ਕੇ ਮਾਰੂ, ਇਹ ਕਿੰਨੀ ਕੁ ਅਰਥਪੂਰਨ ਹੈ, ਇਹ ਕਿੰਨੀ ਕੁ ਭਾਵਪੂਰਤ ਹੈ, ਜਦੋਂ ਸਾਲ ਭਰ ਕੇਂਦਰ ਦੇ ਨੱਕ 'ਚ ਦਮ ਕਰੀ ਰੱਖਿਆ ਕਿਸਾਨਾਂ ਤੇ ਪ੍ਰਧਾਨ ਮੰਤਰੀ ਮੁੜ ਕੇ ਇਹਦੇ ਤੇ ਅਨਾਉਂਸਮੈਂਟ ਕਰ ਚੁੱਕਿਆ ਕਿ ਕੋਈ ਲੁਕਵਾਂ ਏਜੰਡਾ ਵੀ ਕੰਮ ਕਰਦਾ। ਇਹਦੇ ਤੇ ਗੱਲ ਕਰਾਂਗੇ। ਦੂਜਾ ਸਵਾਲ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਇੰਚਾਰਜ ਨੇ, ਜਿਹੜਾ ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਤੋਂ ਬਾਅਦ ਬਾਹਰ ਆਉਂਦਾ ਹੈ, ਉਹਦੀ ਇਹ ਟਿੱਪਣੀ ਕਿ ਅਸੀਂ ਅਕਾਲੀਆਂ ਨੂੰ ਵੈਲਕਮ ਕਰਦੇ ਹਾਂ ਪਰ ਐਤਕੀ ਛੋਟੇ ਭਰਾ ਵਾਂਗ, ਇਹ ਅਕਾਲੀਆਂ ਪ੍ਰਤੀ ਹੱਥ ਵਧਾਇਆ ਜਾਂ ਉਹਨਾਂ ਨੂੰ ਮਜ਼ਾਕ ਕੀਤਾ? ਇਹ ਬੜਾ ਵੱਡਾ ਸਵਾਲ ਆ ਕਿ ਪਹਿਲਾਂ ਅਸੀਂ ਤਈਆਂ ਤੇ ਲੜਦੇ ਸੀ, ਬਾਕੀ ਤੁਹਾਡੀਆਂ, ਐਤਕੀ ਤੁਸੀਂ ਛੋਟੇ ਭਰਾ ਵਾਂਗ ਆਓ, ਤੁਹਾਡਾ ਵੈਲਕਮ। ਇਹ ਬੜਾ ਅਰਥਪੂਰਨ ਹੈ। ਆਉਂਦੇ ਦਿਨਾਂ ਦੀ ਰਾਜਨੀਤੀ ਬਹੁਤ ਵੱਡੇ ਅਰਥ ਰੱਖਦੀ ਹੈ। ਇਹਦੇ ਨਾਲ ਜੋੜ ਕੇ ਦੇਖਣਾ ਬਣਦਾ ਹੈ ਕਿ ਅਕਾਲੀ ਦਲ ਨੂੰ ਇੰਨਾ ਘਟਾ ਕੇ ਕਿਉਂ ਆਂਕਿਆ ਜਾ ਰਿਹਾ, ਇਹਦੀਆਂ ਅੰਦਰ ਦੀਆਂ ਪਰਤਾਂ ਜਿਹੜੀਆਂ ਉਹਨਾਂ ਤੇ ਗੱਲ ਕਰਾਂਗੇ। ਤੀਜਾ ਸਵਾਲ ਸਭ ਤੋਂ ਅਹਿਮ ਸਵਾਲ ਆ ਕਿ ਕੀ ਸਾਡੇ ਦੇਸ਼ ਦਾ ਚੀਨ ਦੇ ਨਾਲ ਸਿਆਪਾ, ਜਿਹੜਾ ਚੀਨ ਹਿੱਕ ਤੇ ਚੜੀ ਆਉਂਦਾ, ਅੰਤਰਰਾਸ਼ਟਰੀ ਪੱਧਰ ਤੇ ਤਾਕਤ ਵਧਾਈ ਜਾਂਦਾ ਹੈ, ਉਹਦਾ ਗੁਆਂਢ 'ਚ ਪਾਕਿਸਤਾਨ ਬੈਠਾ ਹੈ। ਪਾਕਿਸਤਾਨ ਦੀ ਪੰਜਾਬ ਨਾਲ ਲੱਗਦੀ ਸਰਹੱਦ ਤੇ ਪੰਜਾਬੀਆਂ ਦਾ ਹਿੱਕ ਡਾ ਕੇ ਅੱਗੇ ਖਲੋਣਾ ਸਦਾ, ਇਹ ਇਕੁਏਸ਼ਨ ਵੀ ਸਾਡੀ ਸਿਆਸਤ ਤੇ ਅਸਰ ਕਰੂਗੀ। ਪੰਜਾਬੀਆਂ ਨੂੰ ਕੋਈ ਪੈਕੇਜ, ਕੋਈ ਸਨੇਹ ਦੇਸ਼ ਵੱਲੋਂ ਮਿਲਦਾ ਦਿਸਦਾ, ਇਹਦੇ ਤੇ ਵੀ ਗੱਲ ਕਰਾਂਗੇ। ਲੇਕਿਨ ਕਾਂਗਰਸ ਵਰਗੀ ਵੱਡੀ ਪਾਰਟੀ ਨੇ ਆਪਣੇ ਇੱਕ ਵੱਡੇ ਹਿੰਦੂ ਚਿਹਰੇ ਨੂੰ ਅਲੈਦਗੀ ਦੀ ਦਿਸ਼ਾ ਦੇ ਵਿੱਚ ਵਧਾ ਕੇ ਪੰਜਾਬ ਦੇ ਵਿੱਚ ਆਪਣਾ ਸਭ ਤੋਂ ਸਟੀਕ ਵੋਟ ਬੈਂਕ ਕੀ ਭਰਮ ਚ ਪਾ ਲਿਆ। ਦੂਜੀਆਂ ਪਾਰਟੀਆਂ ਦਾ ਸ਼ਹਿਰੀ ਵੋਟ ਤੇ ਕੇਂਦਰਿਤ ਹੋਣਾ ਤੇ ਕਾਂਗਰਸ ਦਾ ਉਹਦੇ ਵੱਲ ਕੰਡ ਕਰਨਾ ਕਿੰਨਾ ਕੁ ਨੁਕਸਾਨਦਾਇਕ ਰਹੂਗਾ, ਇਹਦੇ ਤੇ ਕੁਝ ਅੰਕੜੇ ਬੋਲਦੇ ਆ, ਉਹਨਾਂ ਤੇ ਗੱਲ ਕਰਾਂਗੇ। ਲੇਕਿਨ ਅਸੀਂ ਹੁਣ ਜੇ ਇਸ ਗੱਲ ਨੂੰ ਮੁੜ ਕੇ ਸ਼ੁਰੂ ਕਰ ਲਈਏ ਕਿ ਅਕਾਲੀ ਦਲ ਤੇ ਜਿਹੜਾ ਬੀਜੇਪੀ ਦਾ ਸਿੱਧਾ ਸਾਫ਼ ਹਮਲਾ ਹੈ, ਉਹਦੇ ਕੀ ਅਰਥ ਆ, ਉੱਥੋਂ ਤੁਰਦੇ। ਰੰਧਾਵਾ ਜੀ, ਤੁਸੀਂ ਦੇਖੋ, ਇਹ ਗੱਲ ਬੜੀ ਅਹਿਮ ਆ। ਔਰ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਇਹ ਐਲਾਨ ਕੀਤਾ ਕਿ ਅਸੀਂ 3 ਖੇਤੀ ਕਾਨੂੰਨ ਵਾਪਸ ਲੈਣ ਜਾ ਰਹੇ ਹਾਂ, ਔਰ ਸਾਨੂੰ ਇਹ ਪਤਾ ਕਿ 5 ਰਾਜਾਂ ਦੇ ਵਿੱਚ ਅਗਲੇ ਸਾਲ ਦੇ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਚੋਣਾਂ ਨੇ, ਤੇ ਬਹੁਤ ਸਾਰੇ ਲੋਕ ਸੋਚਦੇ ਆ ਕਿ ਪੰਜਾਬ ਦੇ ਸਮੀਕਰਨ ਵੀ ਬਦਲਣਗੇ। ਪੰਜਾਬ ਦੇ ਸਮੀਕਰਨ ਬਦਲਣਗੇ, ਕਿਆਸੇ ਇਹ ਲਾਏ ਜਾ ਰਹੇ ਸੀ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਟੁੱਟਾ ਹੀ ਇਸ ਕਰਕੇ ਸੀ, ਜਾਂ ਜਿਹੜਾ ਆਪਣਾ ਪੁਰਾਣਾ ਗੱਠਜੋੜ ਤੋੜੇ ਇਸ ਕਰਕੇ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੋ ਜਾਂ ਵਾਪਸ ਲਓ। ਫਿਰ ਹਰਸਿਮਰਤ ਕੌਰ ਬਾਦਲ ਕੈਬਨਿਟ ਚੋਂ ਬਾਹਰ ਆਉਂਦੇ ਨੇ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਤੋਂ ਬਾਅਦ ਜਦੋਂ ਪ੍ਰੈਸ਼ਰ ਪੈਂਦਾ ਤਾਂ ਫਿਰ ਗੱਠਜੋੜ ਤੋੜਦੇ ਆ। ਉਸ ਤੋਂ ਬਾਅਦ ਲਗਾਤਾਰ ਵੱਖਰੀ ਰਾਜਨੀਤੀ ਹੋ ਜਾਂਦੀ ਹੈ ਤੇ ਭਾਜਪਾ ਦਿਨੋਂ ਦਿਨ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਆਪਣੀ ਖੁੱਸੀ ਹੋਈ ਜ਼ਮੀਨ ਜਿਹੜੀ ਹੈ ਉਹ ਲੱਭਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਦੀ ਹੈ, ਪਰ ਦਿਨੋਂ ਦਿਨ ਥੱਲੇ ਵੀ ਜਾ ਰਹੀ ਹੈ। ਹੁਣ ਇਹਨਾਂ ਨਵੇਂ ਸਮੀਕਰਨਾਂ ਦੇ ਵਿੱਚ ਇਹ ਕਿਆਸੇ ਲਾਏ ਜਾ ਰਹੇ ਸੀ ਕਿ ਕੀ ਦੁਬਾਰਾ ਇਹ ਗੱਠਜੋੜ ਫੇਰ ਬਣੂਗਾ, ਫੇਰ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਆਉਣਗੇ। ਇਸ ਚੀਜ਼ ਨੂੰ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਸੀ ਕਿ ਨਹੀਂ, ਇਹ ਗੱਲ ਹਜੇ ਨਹੀਂ ਹੋਊਗੀ, ਤੁਹਾਨੂੰ ਬਿਲਕੁਲ ਯਾਦ ਹੋਣਾ। ਲੇਕਿਨ ਅੱਜ ਫੇਰ ਇੱਕ ਟਿੱਪਣੀ ਆਉਂਦੀ ਹੈ, ਇੱਕ ਸਟੇਟਮੈਂਟ ਆਉਂਦੀ ਆ। ਆਉਂਦੀ ਵੀ ਕਿਹਨਾਂ ਦੀ ਆ? ਦੁਸ਼ਯੰਤ ਗੌਤਮ ਕੌਣ ਨੇ? ਇੱਕ ਜਨਰਲ ਸੈਕਟਰੀ ਨੇ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ, ਪੰਜਾਬ, ਚੰਡੀਗੜ੍ਹ ਤੇ ਉੱਤਰਾਖੰਡ ਦੇ ਇੰਚਾਰਜ ਨੇ। ਤੇ ਪਿਛਲੇ ਦਿਨਾਂ ਜਿਸ ਤਰ੍ਹਾਂ ਤੁਸੀਂ ਸਪਸ਼ਟ ਕੀਤਾ ਕਿ ਇਹਨਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਨਾਲ ਮੁਲਾਕਾਤ ਹੁੰਦੀ ਆ ਤੇ ਇੱਕ ਰਣਨੀਤੀ ਬਣਦੀ ਹੈ ਤੇ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਤੇ ਫਿਰ ਅੱਜ ਜਿਸ ਸਟੇਟਮੈਂਟ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਵਾਗਤ ਹੈ। ਪਹਿਲਾਂ ਵੱਡੇ ਭਰਾ ਬਣ ਕੇ ਬਾਹਰ ਗਏ ਸੀ ਤੇ ਹੁਣ ਛੋਟੇ ਭਰਾ ਬਣ ਕੇ ਵਾਪਸ ਆ ਜਾਓ, ਬਹੁਤ ਅਹਿਮ ਆ। ਔਰ ਤੁਸੀਂ ਇਹ ਵੀ ਸਪਸ਼ਟ ਕੀਤਾ ਕਿ ਕਿਸ ਤਰ੍ਹਾਂ ਜਿਹੜੇ ਇਹ 23 ਸੀਟਾਂ ਲੜਦੇ ਹੁੰਦੇ ਸੀ, ਉਹ ਕਹਿੰਦੇ ਕਿ ਐਤਕੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਤਾਂ ਪੂਰੀਆਂ 117 ਸੀਟਾਂ ਲੜੂ, ਤੇ ਹਾਂ, ਅਸੀਂ ਆਪਸ ਦੇ ਵਿੱਚ ਮਿਲ ਬੈਠ ਕੇ ਫੈਸਲਾ ਕਰ ਲਾਂਗੇ ਕਿ ਕਿੰਨੀਆਂ ਲੜਨੀਆਂ ਜਾਂ ਨਹੀਂ ਲੜਨੀਆਂ। ਪਹਿਲਾਂ ਇਹ ਦੇਖੋ ਕਿ ਛੋਟੇ ਭਰਾ ਬਣ ਕੇ ਆਓ। ਦੇਖੋ, ਬਹੁਤ ਵੱਡੇ ਮਾਇਨੇ ਨੇ। ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ ਉਹ ਇਸ ਟਾਈਮ ਬਹੁਜਨ ਸਮਾਜ ਪਾਰਟੀ ਨਾਲ ਆ। 97 ਸੀਟਾਂ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ, 20 ਸੀਟਾਂ ਜਿਹੜੀ ਬਹੁਜਨ ਸਮਾਜ ਪਾਰਟੀ ਲੜ ਰਹੀ ਆ। ਨਾਲ ਦੀ ਨਾਲ ਮੈਂ ਇਹ ਕਹਿਣਾ ਵੀ ਜ਼ਰੂਰੀ ਇੱਥੇ ਸਮਝਦਾ, ਔਰ ਆਪਾਂ ਨੂੰ ਸਾਰਿਆਂ ਨੂੰ ਦਿਨ ਬ ਦਿਨ ਸਥਿਤੀ ਚੇਂਜ ਹੁੰਦੀ ਰਹਿੰਦੀ ਆ,
ਔਰ ਸਿਆਸਤ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ 1 ਜਾਂ 2 ਦਿਨ ਹੀ ਬਹੁਤ ਹੁੰਦੇ ਆ ਜਦੋਂ ਬਿਲਕੁਲ ਪਾਸਾ ਪਲਟ ਜਾਂਦਾ। ਹਜੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਥਿਤੀ ਉਨੀ ਹਜੇ ਮਜ਼ਬੂਤ ਪੰਜਾਬ 'ਚ ਨਹੀਂ ਵੇਖੀ ਜਾ ਰਹੀ। ਇਹ ਵੀ ਵੇਖਿਆ ਜਾ ਰਿਹਾ ਸੀ ਕਿ ਕਈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਲੀਡਰ ਸੀ ਜਾਂ ਐਮਐਲਏ ਸੀ, ਜਿਵੇਂ ਅਨਿਲ ਜੋਸ਼ੀ ਜਾਂ ਇਸ ਤੋਂ ਵੀ ਇਲਾਵਾ, ਉਹ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਉਣਾ ਚਾਹੁੰਦੇ ਸੀ। ਇਹ ਗੱਲ ਪਤਾ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਗੱਠਜੋੜ ਰਿਹਾ ਭਾਜਪਾ ਨਾਲ ਤੇ ਬੜਾ ਸਟਰੋਂਗ ਰਿਹਾ ਤੇ ਬੜੀ ਮਜ਼ਬੂਤੀ ਦੇ ਨਾਲ ਉਹ ਪੰਜਾਬ ਦੇ ਵਿੱਚ ਉੱਭਰਿਆ, ਇਸ ਵਿੱਚ ਵੀ ਕੋਈ ਸ਼ੱਕ ਨਹੀਂ। ਸੋ ਜੀ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਹਿੰਦੂ ਵੋਟ ਬੈਂਕ ਕਹਿ ਲਓ, ਚਾਹੇ ਹਿੰਦੂ ਭਾਈਚਾਰਾ ਕਹਿ ਲਓ, ਜਾਂ ਉਹ ਲੋਕ ਸਮਝਦੇ ਸੀ ਕਿ ਹੁਣ ਕਿਹੜੇ ਪਾਸੇ ਜਾਈਏ, ਜੇ ਭਾਜਪਾ ਨੂੰ ਹੀ ਇਕੱਲੀ ਵੋਟ ਪਾਉਂਦੇ ਆ ਤੇ ਸਰਕਾਰ ਬਣਦੀ ਹੋਈ ਨਹੀਂ ਦਿਸਦੀ, ਤੇ ਜੇ ਸ਼੍ਰੋਮਣੀ ਅਕਾਲੀ ਦਲ ਵੱਲ ਜਾਂਦੇ ਤੇ ਕਿਹੜੇ ਮੂੰਹ ਨਾਲ ਜਾਈਏ। ਸਾਰੀਆਂ ਗੱਲਾਂ ਤੇ, ਔਰ ਪਿਛਲੇ ਦਿਨਾਂ ਦੇ ਦੌਰਾਨ ਤੁਸੀਂ ਇਹ ਵੀ ਦੇਖੋ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਰਣਨੀਤੀਕਾਰ ਨੇ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬੜੇ ਵੱਖਰੇ ਵੱਖਰੇ ਧਾਰਮਿਕ ਸਥਾਨਾਂ ਤੇ ਭੇਜਿਆ। ਸਾਲਾਸਰ ਰਾਜਸਥਾਨ ਦੀ ਆਪਾਂ ਗੱਲ ਕਰੀਏ, ਉੱਥੇ ਵੀ ਮੰਦਿਰ 'ਚ ਜਾ ਕੇ ਤਿਲਕ ਲਾ ਕੇ ਉਹ ਮੱਥਾ ਟੇਕਦੇ ਨੇ, ਚਿੰਤਪੁਰਨੀ ਵੀ ਜਾਂਦੇ ਨੇ ਤੇ ਹੋਰ ਤਮਾਮ ਮੰਦਿਰਾਂ ਦੇ ਵਿੱਚ ਉਹ ਦਰਸ਼ਨ ਕਰਨ ਜਾਂਦੇ ਨੇ। ਤੇ ਇਹਦੇ ਨਾਲ ਉਹ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਜਿਹੜਾ ਸਾਡਾ ਭਾਈਚਾਰਾ, ਖਾਸ ਤੌਰ ਤੇ ਹਿੰਦੂ ਭਾਈਚਾਰਾ, ਉਹ ਸਾਡੇ ਨਾਲ ਜੁੜਿਆ ਰਵੇ, ਉਹ ਵੱਖਰਾ ਨਾ ਹੋਵੇ। ਸੋ ਮੈਨੂੰ ਲੱਗਦਾ ਇਹ ਤੇ ਬੜੇ ਵੱਡੇ ਮਾਣੇ ਨੇ। ਲੇਕਿਨ ਨਾਲ ਦੀ ਨਾਲ ਜਦੋਂ ਨਰਿੰਦਰ ਮੋਦੀ ਹੋਣਾ ਨਾਲ ਗੱਲ ਕਰਕੇ ਆਉਂਦੇ ਨੇ ਦੁਸ਼ਯੰਤ ਗੌਤਮ, ਤੇ ਉਹ ਵੀ ਕਹਿੰਦੇ ਨੇ ਕਿ ਨਹੀਂ, ਤੁਸੀਂ ਸਾਨੂੰ ਔਖੇ ਵੇਲੇ 'ਚ ਛੱਡ ਗਏ ਸੀ, ਜਦੋਂ ਸਾਨੂੰ ਤੁਹਾਡੀ ਬਹੁਤ ਲੋੜ ਸੀ, ਤੇ ਹੁਣ ਜਦੋਂ ਸਾਡੀ ਹੋ ਸਕਦਾ ਸਿਆਸੀ ਜ਼ਮੀਨ ਵਾਪਸ ਆ ਜਾਏ, ਕਿਉਂਕਿ ਅਸੀਂ ਕਾਨੂੰਨ ਰੱਦ ਕਰਨ ਜਾ ਰਹੇ ਹਾਂ, ਜਿਹਦੀ ਕੈਬਨਿਟ ਮੀਟਿੰਗ ਵੀ 24 ਤਰੀਕ ਨੂੰ ਬੁੱਧਵਾਰ ਨੂੰ ਬੁਲਾ ਲਈ ਗਈ ਹੈ, ਤੇ ਹੁਣ ਏਦਾਂ ਨਹੀਂ ਹੋਣਾ, ਹੁਣ ਆਪਣੀਆਂ ਆਪਣੀਆਂ ਟਰਮਸ ਤੇ ਆਵਾਂਗੇ। ਜੀ ਰੰਧਾਵਾ ਜੀ, ਤੁਸੀਂ ਠੀਕ ਕਹਿ ਰਹੇ ਹੋ। ਜਿਹੜੇ ਐਮਐਲਏ ਛੱਡ ਕੇ ਚਲੇ ਗਏ, ਸਾਬਕਾ ਐਮਐਲਏ ਅਨਿਲ ਜੋਸ਼ੀ ਵਰਗੇ, ਜੇ ਉਹਨਾਂ ਨੂੰ ਇਹ ਅੰਦਾਜ਼ਾ ਹੁੰਦਾ ਕਿ ਸਾਡੇ ਪ੍ਰਧਾਨ ਮੰਤਰੀ ਕਦੇ ਨਰਮ ਵੀ ਪੈ ਜਾਣਗੇ, ਕਾਨੂੰਨ ਵਾਪਸ ਵੀ ਹੋਣੇ, ਤਾਂ ਸ਼ਾਇਦ ਉਹ ਜੇ ਸੋਚ ਲੈਂਦੇ, ਕਾਹਲੀ ਨਾ ਕਰਦੇ। ਹੁਣ ਸਥਿਤੀ ਥੋੜੀ ਬਦਲਵੀਂ ਹੈ, ਲੇਕਿਨ ਇਹਦੇ 'ਚ ਇੱਕ ਵੱਡਾ ਪਹਿਲੂ ਆ ਕਿ ਅਕਾਲੀ ਦਲ ਕਦੇ ਵੀ ਆਪਣੀਆਂ ਸੀਟਾਂ ਘਟਾ ਕੇ ਆ ਸਕਦਾ, ਨਹੀਂ ਆ ਸਕਦਾ, ਇਹਦੇ 'ਚ ਕੋਈ ਦੋ ਰਾਮਾ ਨਹੀਂ। ਜੋ ਬੀਜੇਪੀ ਦੀ ਲੀਡਰਸ਼ਿਪ ਕਹਿ ਰਹੀ ਆ, ਉਹ ਕਦੇ ਸੰਭਵ ਹੋਣਾ ਨਹੀਂ। ਉਹਨਾਂ ਨੂੰ ਵੀ ਪਤਾ ਕਿ ਅਕਾਲੀ ਦਲ ਨੇ ਇੰਨੀਆਂ ਸੀਟਾਂ ਤੇ ਆਉਣਾ ਨਹੀਂ। ਇਹਦਾ ਮਤਲਬ ਹੈ ਕਿ ਇਹ ਇੱਕ ਮਜ਼ਾਕ ਹੈ, ਜਿਹੜਾ ਮਜ਼ਾਕ ਅਗਲੇ ਨੂੰ ਉਹਦੀ ਥਾਂ ਦਿਖਾਉਣ ਲਈ ਕੀਤਾ ਜਾ ਰਿਹਾ ਕਿ ਤੇਰੇ ਨਾਲ ਲੜਨਾ ਹੈ ਆਉਂਦੇ ਦਿਨਾਂ 'ਚ। ਤੇ ਅਗਲੀ ਗੱਲ ਇਹ ਵੀ ਹੈ ਕਿ ਇੱਕ ਵੱਡੇ ਲੀਡਰ ਨੂੰ ਪ੍ਰਧਾਨ ਮੰਤਰੀ ਨੇ ਇੱਕ ਵੱਖਰੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਜ਼ਾ ਸਾਡੇ ਨਾਲ ਰਿਸ਼ਤਿਆਂ ਕਰਕੇ ਲੱਗੀ ਹੈ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਇਸ ਕਰਕੇ ਕੱਢਿਆ ਹੈ ਕਿ ਉਹਦੀਆਂ ਮੇਰੇ ਨਾਲ ਟਰਮਸ ਅੱਛੀਆਂ ਸੀ, ਉਹਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ, ਅਸੀਂ ਉਹਦਾ ਸਾਥ ਨਹੀਂ ਛੱਡ ਸਕਦੇ। ਇਹ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ। ਤੇ ਅਕਾਲੀ ਦਲ ਨੂੰ ਲੈ ਕੇ ਇਹ ਟਿੱਪਣੀ ਵੀ ਬੜੀ ਅਰਥਪੂਰਨ ਸੀ ਕਿ ਜਦੋਂ ਸਾਨੂੰ ਸਭ ਤੋਂ ਵੱਧ ਲੋੜ ਸੀ, ਉਦੋਂ ਸਾਡੇ ਨਾਲੋਂ ਵਿੱਥ ਬਣਾ ਲਈ ਅਕਾਲੀ ਦਲ ਨੇ। ਅਸੀਂ ਉਹਨਾਂ ਦੀ ਆਊਟ ਆਫ ਵੇ ਮਦਦ ਕਰਦੇ ਰਹੇ, ਜਦੋਂ ਸਾਨੂੰ ਲੋੜ ਸੀ ਉਦੋਂ ਉਹ ਭੱਜ ਗਏ। ਇਹ ਸਵਾਲ ਬੜੇ ਵੱਡੇ ਨੇ, ਔਰ ਇਹ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ। ਮੇਰੇ ਕੋਲ ਇਸ ਤੋਂ ਅਗਲੀ ਜਿਹੜੀ ਖਬਰ ਆ ਉਹ ਵੀ ਇਹਦੇ ਨਾਲ ਹੀ ਜੁੜਦੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਆਪਣਾ ਤਰੀਕਾਕਾਰ ਹੈ, ਬੜਾ ਅਗਰੈਸ਼ਨ ਹੈ, ਬੜਾ ਹਮਲਾਵਰ ਸ਼ੈਲੀ ਆ। ਚੰਨੀ ਹੋਣ, ਸਿੱਧੂ ਹੋਣ, ਉਹਨਾਂ ਦੇ ਹਰੀਸ਼ ਚੌਧਰੀ ਵੀ ਅੱਜ ਕੱਲ ਬੜੇ ਸਰਗਰਮ ਆ। ਪਰ ਜਿਹੜੀ ਵੋਟ ਬੈਂਕ ਨੇ 2017 ਦੇ ਵਿੱਚ ਇਹਨਾਂ ਨੂੰ ਭਰਵੀਂ ਫਸਲ ਦਿੱਤੀ, ਜਿਹਨੇ ਭਾਰੀ ਬਹੁਮਤ 77 ਸੀਟਾਂ ਦਿੱਤੀਆਂ, ਉਹ ਸੀ ਸ਼ਹਿਰੀ ਵੋਟ। ਔਰ ਉਹ ਸ਼ਹਿਰੀ ਵੋਟ ਦੇ ਸਿਰ ਤੇ, ਉਹਦੇ ਦਮ ਤੇ, ਉਹਦੇ ਕੰਧਾੜੀ ਚੜ ਕੇ ਇਹ ਵਿਧਾਨ ਸਭਾ ਦੇ ਵਿੱਚ ਏਡਾ ਭਾਰੀ ਬਹੁਮਤ ਲਿਜਾ ਸਕੇ। ਅੱਜ ਉਸ ਜਿਹੜੀ ਖਾਸ ਤੌਰ ਤੇ ਹਿੰਦੂ ਵੋਟ ਹੈ, ਉਹਦੀ ਨੁਮਾਇੰਦਗੀ ਕਰਨ ਵਾਲਾ ਕਾਂਗਰਸ ਦੇ ਵਿੱਚ ਕੋਈ ਦਿਸਦਾ ਨਹੀਂ। ਬ੍ਰਹਮ ਮਹਿੰਦਰਾ ਜਾਂ ਓਪੀ ਸੋਨੀ ਵੱਡੇ ਲੀਡਰ ਹੋਣਗੇ, ਲੇਕਿਨ ਵੱਡੇ ਲੀਡਰ ਵਾਲੀ ਇਹਨਾਂ ਦੀ ਜਿਹੜੀ ਛਵੀ ਅਕਸ ਬਣ ਨਹੀਂ ਸਕਿਆ। ਸੁਨੀਲ ਜਾਖੜ ਇੱਕੋ ਇੱਕ ਐਸੇ ਹਿੰਦੂ ਚਿਹਰੇ ਸੀ ਜਿਹੜੇ ਪੰਜਾਬ ਨੂੰ ਵੀ ਵਾਰਾ ਖਾਂਦੇ ਸੀ, ਪੰਜਾਬੀਅਤ ਨਾਲ ਵੀ ਮਿਲਦੇ ਸੀ, ਪੰਜਾਬ ਦੇ ਹਿੰਦੂਆਂ ਦੀ ਤਰਜਮਾਨੀ ਵੀ ਕਰਦੇ ਸੀ ਕਾਂਗਰਸ ਵਿੱਚ। ਤੇ ਉਹਨਾਂ ਨੂੰ ਪ੍ਰਧਾਨ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਜੱਟ ਜਾਂ ਸਿੱਖ ਚਿਹਰਾ, ਉਹਦੇ ਨਾਲ ਬੈਲੈਂਸ ਬਣਾਇਆ ਸੀ। ਐਤਕੀ ਜਿਹੜੀ ਜਾਖੜ ਦੀ ਅਲੱਦਗੀ ਆ, ਜਾਖੜ ਦਾ ਅਲੱਗ ਥਲੱਗ ਪੈਣਾ, ਇਹ ਕਾਂਗਰਸ ਨੂੰ ਬਹੁਤ ਭਾਰੀ ਪੈਣ ਵਾਲਾ ਹੈ। ਇਹ ਜੇ ਤੁਸੀਂ ਜ਼ਮੀਨੀ ਸਮੀਕਰਨ ਦੇਖੋਗੇ ਤਾਂ ਹਿੰਦੂ ਵੋਟ ਅਨਾਥ ਮਹਿਸੂਸ ਕਰਦਾ ਹੈ, ਵਪਾਰੀ ਅਨਾਥ ਮਹਿਸੂਸ ਕਰਦਾ ਹੈ, ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸ ਵਿੱਚ ਹੈ ਨਹੀਂ। ਤੇ ਕਾਂਗਰਸ ਲੀਡਰਸ਼ਿਪ ਨੇ ਅੱਖਾਂ ਮੀਟ ਲਈਆਂ। ਪਹਿਲਾਂ ਗੱਲ ਚੱਲਦੀ ਸੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੀ, ਜਾਖੜ ਨੂੰ, ਫਿਰ ਚੱਲਦੀ ਰਹੀ ਚਲੋ ਡਿਪਟੀ ਸੀਐਮ ਲਈ ਉਹ ਮੰਨੇ ਨਹੀਂ, ਤੇ ਤੀਜੇ ਨੰਬਰ ਤੇ ਉਹਨਾਂ ਨੂੰ ਕੰਪੇਨ ਕਮੇਟੀ ਦਾ ਕਿ ਪੰਜਾਬ 'ਚ ਚੇਅਰਮੈਨ ਲਾ ਦਿਓ, ਬੰਦਾ ਤੁਰਿਆ ਫਿਰਦਾ। ਲੇਕਿਨ
ਅੱਖਾਂ ਮੀਟਣ ਵਾਲੀ ਗੱਲ, ਹਾਈ ਕਮਾਂਡ ਨੇ ਉਹਨਾਂ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਤੇ ਪੰਜਾਬ ਦੀ ਲੀਡਰਸ਼ਿਪ ਨੇ ਕਦੇ ਉਹਨਾਂ ਨੂੰ ਚਾਹ ਤੇ ਵੀ ਨਹੀਂ ਸੱਦਿਆ। ਮੈਨੂੰ ਇੰਝ ਲੱਗਦਾ ਕਿ ਕਾਂਗਰਸ ਲਈ ਆਉਂਦੇ ਦਿਨ ਭਾਰੀ ਪੈਣ ਵਾਲੇ ਆ। ਜਦੋਂ ਸਾਰੀਆਂ ਪਾਰਟੀਆਂ ਹਿੰਦੂ ਵੋਟ ਤੇ ਕੇਂਦਰਿਤ ਕਰ ਰਹੀਆਂ ਨੇ ਤਾਂ ਕਾਂਗਰਸ ਦੀ ਹਿੰਦੂ ਵੋਟ ਪ੍ਰਤੀ ਜਿਹੜੀ ਬੇਗਾਨਗੀ ਆ, ਇਹ ਸ਼ਾਇਦ ਕਾਂਗਰਸ ਲਈ ਮੁਸ਼ਕਲ ਬਣੇ। ਕੀ ਕਹਿੰਦੇ ਹੋ? ਰੰਧਾਵਾ ਜੀ ਬਿਲਕੁਲ ਠੀਕ ਹੈ। ਤੁਸੀਂ ਇਹ ਗੱਲ ਦੇਖੋ ਕਿ ਜਿਸ ਦਿਨ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਬਤੌਰ ਕਾਂਗਰਸ ਭਵਨ ਦੇ ਵਿੱਚ ਚੰਡੀਗੜ੍ਹ ਬਤੌਰ ਪ੍ਰਧਾਨ ਵਜੋਂ ਥਾਪਿਆ ਗਿਆ, ਉਸ ਦਿਨ ਸੁਨੀਲ ਜਾਖੜ ਹੋਣਾ ਦਾ ਦਰਦ ਸਾਰਿਆਂ ਨੇ ਵੇਖਿਆ। ਜਿਹੜੀ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਦਿੱਤਾ ਉਸ ਦੇ ਵਿੱਚ ਉਹ ਝਲਕ ਵੀ ਮਿਲੀ ਤੇ ਉਹ ਕਹਿੰਦੇ ਕੀ ਗੱਲ ਸੀ, ਮੈਨੂੰ ਪੁੱਛ ਲੈਂਦੇ, ਮੈਨੂੰ ਘੱਟੋ ਘੱਟ ਭਰੋਸੇ 'ਚ ਹੀ ਲੈ ਲੈਂਦੇ, ਕਮ ਸੇ ਕਮ ਮੈਂ ਆਪਣੇ ਲੋਕਾਂ ਨੂੰ, ਆਪਣੇ ਵੋਟਰਾਂ ਨੂੰ ਜਾਂ ਆਪਣੇ ਸਪੋਰਟਰਸ ਨੂੰ ਕਹਿ ਸਕਦਾ ਕਿ ਭਾਈ ਮੈਨੂੰ ਇਸ ਗੱਲ ਦਾ ਪਤਾ। ਕਹਿੰਦਾ ਅਚਾਨਕ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਥਾਪ ਦਿੰਦੇ ਹੋ, ਕੋਈ ਗੱਲ ਨਹੀਂ, ਅਸੀਂ ਪਾਰਟੀ ਦੇ ਨਾਲ ਆ। ਇਸ ਤੋਂ ਬਾਅਦ ਤੁਸੀਂ ਦੇਖੋ ਲਗਾਤਾਰ ਸੁਨੀਲ ਜਾਖੜ ਹੋਣਾ ਦੇ ਬਿਆਨ ਕੋਈ ਬਹੁਤਾ ਪਾਰਟੀ ਦੇ ਹੱਕ ਵਿੱਚ ਨਹੀਂ ਆਉਂਦੇ। ਤੇ ਤੁਹਾਨੂੰ ਇਹ ਵੀ ਯਾਦ ਹੋਣਾ ਰੰਧਾਵਾ ਜੀ, ਜਦੋਂ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਸ਼ਿਮਲੇ ਤੋਂ ਵਾਪਸ ਆ ਰਹੇ ਹੁੰਦੇ ਆ ਤੇ ਰਾਹ 'ਚ ਜਾਂਦੇ ਜਾਂਦੇ ਏਅਰਪੋਰਟ ਤੇ ਇਹਨਾਂ ਨੂੰ ਨਾਲ ਲੈ ਜਾਂਦੇ ਆ, ਨਾਲ ਲੈ ਕੇ ਜਾਂਦੇ ਆ, ਇਹਨਾਂ ਨੂੰ ਨਾਲ ਰੱਖਦੇ ਆ, ਸਮਝਾਉਂਦੇ ਆ, ਹਰ ਤਰ੍ਹਾਂ ਦੀ ਗੱਲਬਾਤ ਕਰਦੇ ਆ। ਤੇ ਸੁਨੀਲ ਜਾਖੜ ਜਦੋਂ ਵਾਪਸ ਆਉਂਦੇ ਆ ਤੇ ਪਹਿਲੇ ਜਿਹੜੇ ਇੱਕ ਦੋ ਟਵੀਟ ਆ, ਇੱਕ ਦੋ ਬਿਆਨ ਬੜੇ ਹੱਕ 'ਚ ਵੀ ਆਉਂਦੇ ਆ। ਏਦਾਂ ਲੱਗਦਾ ਕਿ ਸ਼ਾਇਦ ਇਹਨਾਂ ਦਾ ਦਿਲ ਪਰਿਵਰਤਨ ਹੋ ਗਿਆ। ਲੇਕਿਨ ਥੋੜੀ ਦੇਰ ਬਾਅਦ, ਜਿਸ ਤਰ੍ਹਾਂ ਤੁਸੀਂ ਆਪ ਕਿਹਾ, ਜਦੋਂ ਇਹਨਾਂ ਲੋਕਾਂ ਨੂੰ ਤੁਸੀਂ ਦੇਖੋ, ਸੁਨੀਲ ਜਾਖੜ ਹੋਣ, ਅਸ਼ਵਨੀ ਸੇਖੜੀ ਜਿਹੜੇ ਬਟਾਲੇ ਤੋਂ ਆਉਂਦੇ ਨੇ ਇਹ ਹੋਣ, ਜਾਂ ਮਨੀਸ਼ ਤਿਵਾੜੀ ਹੋਣ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਨੇ, ਪਹਿਲਾਂ ਲੁਧਿਆਣਾ ਤੋਂ ਐਮਪੀ ਰਹੇ, ਇਹ ਸਾਰੇ ਜਿਹੜੇ ਇੱਕ ਹਿੰਦੂ ਭਾਈਚਾਰੇ ਤੋਂ ਇਹ ਪੋਲੀਟੀਸ਼ੀਅਨ ਆਉਂਦਾ। ਇਹਦੇ ਵਿੱਚ ਦੇਖੋ ਇਹ ਜਿਹੜੇ ਲੋਕ ਨੇ, ਇਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਫੋਲੋਇੰਗ ਹੈ ਤੇ ਜਦੋਂ ਉਹਨਾਂ ਨੂੰ ਅੱਖੋਂ ਪਰੋਲੇ ਕਰ ਦਿੱਤਾ ਜਾਂਦਾ, ਔਰ ਇਹ ਸਾਰੇ ਹੀ, ਮਨੀਸ਼ ਤਿਵਾੜੀ ਵੀ ਤੁਸੀਂ ਦੇਖਿਆ ਹੋਣਾ, ਉਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਉਹ ਲਗਾਤਾਰ ਕੋਈ ਬਹੁਤ ਜ਼ਿਆਦਾ ਹੱਕ 'ਚ ਨਹੀਂ ਆਉਂਦੀਆਂ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ ਤੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ। ਤੇ ਉਹ ਜਿਹੜੀ G23 ਦੀ ਗੱਲ ਕਰਦੇ ਆ ਆਪਾਂ, ਗਰੁੱਪ 23 ਹੈ ਜਿਹੜਾ ਕਾਂਗਰਸ ਦਾ ਜਿਹੜਾ ਵਿਰੋਧ 'ਚ ਖੜਾ ਹੋਇਆ, ਉਸ ਦੇ ਵੀ ਹਿੱਸਾ ਨੇ। ਕਹਿਣ ਦਾ ਮਤਲਬ ਆ ਕਿ ਜਿਹੜੀ ਪਾਰਟੀਆਂ ਹੁੰਦੀਆਂ, ਔਰ ਇੰਨੀਆਂ ਪੁਰਾਣੀਆਂ ਪਾਰਟੀਆਂ ਜਿਹੜੀਆਂ ਆਜ਼ਾਦੀ ਤੋਂ ਪਹਿਲਾਂ ਦੀਆਂ ਬਣੀਆਂ, ਜੇ ਉਹ ਇੰਨੀ ਭਾਰੀ ਗਲਤੀ ਕਰ ਰਹੀਆਂ, ਜੇ ਉਹ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਦੀਆਂ, ਅਸੀਂ ਅਕਸਰ ਆਮ ਆਦਮੀ ਪਾਰਟੀ ਦੀ ਗੱਲ ਕਰ ਦਿੰਦੇ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਤੁਰਦੇ, ਪਰ ਇਹ ਤਾਂ ਪੁਰਾਣੀ ਰਵਾਇਤੀ ਪਾਰਟੀਆਂ, ਇਹ ਤਾਂ ਟ੍ਰੈਡੀਸ਼ਨਲ ਪਾਰਟੀਆਂ, ਇਹਨਾਂ ਤੋਂ ਵੱਧ ਪੋਲਿਟਿਕਸ ਕਿਹਨੂੰ ਖੇਡਣੀ ਆਉਂਦੀ ਆ। ਤੇ ਜੇ ਫਿਰ ਲੋਕਾਂ ਨੂੰ ਏਦਾਂ ਛੱਡ ਦੇਣਗੇ, ਇਹ ਬਿਲਕੁਲ ਗੱਲ ਠੀਕ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਤੇ ਭਾਰੀ ਪੈ ਸਕਦਾ, ਔਰ ਮੈਨੂੰ ਲੱਗਦਾ ਕਿ ਹਰ ਭਾਈਚਾਰੇ ਨੂੰ ਨਾਲ ਲੈਣਾ ਕਿਸੇ ਵੀ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਨਹੀਂ, ਉਹਨਾਂ ਦੀ ਮਜਬੂਰੀ ਵੀ ਹੁੰਦੀ ਆ। ਸੋ ਇਸ ਕਰਕੇ ਹਾਂ, ਜੇ ਕਿਸੇ ਨੂੰ, ਔਰ ਖਾਸ ਤੌਰ ਤੇ ਸੁਨੀਲ ਜਾਖੜ ਦੀ ਮੈਂ ਵਾਪਸ ਗੱਲ ਕਰਾਂ, ਉਹ ਪਰਿਵਾਰ ਆ ਜਿਹੜਾ ਬਹੁਤ ਪੁਰਾਣੇ ਸਮੇਂ ਤੋਂ, ਬਲਰਾਮ ਜਾਖੜ ਹੋਣਾ ਤੋਂ ਸਾਰੇ ਸਮਿਆਂ ਤੋਂ ਇਹ ਲਗਾਤਾਰ ਕਾਂਗਰਸ ਦੇ ਨਾਲ ਜੁੜਿਆ ਹੋਇਆ, ਇਹਨਾਂ ਦੀ ਸਾਂਝ ਕਾਂਗਰਸ ਦੇ ਨਾਲ ਆ। ਔਰ ਜੇ ਸੁਨੀਲ ਜਾਖੜ ਦੀ ਆਪਾਂ ਵੈਸੇ ਬਤੌਰ ਸਿਆਸੀ ਨੇਤਾ ਦੇ ਤੌਰ ਤੇ ਵੀ ਗੱਲ ਕਰੀਏ ਤੇ ਬੜੇ ਸੂਝਵਾਨ ਤੇ ਬੜੇ ਜਿਹੜੇ ਸੀਜ਼ਨਡ ਪੋਲੀਟੀਸ਼ੀਅਨ ਜਿਹਨਾਂ ਨੂੰ ਆਪਾਂ ਕਹਿੰਦੇ, ਉਹ ਨੇ ਹਮੇਸ਼ਾ ਨਾਪ ਤੋਲ ਕੇ, ਮਿਣ ਤੁਣ ਕੇ ਉਹ ਬੋਲਦੇ ਆ। ਸੋ ਇਸ ਕਰਕੇ ਇਸ ਚੀਜ਼ ਦਾ ਖਮਿਆਜ਼ਾ ਕਿਤੇ ਨਾ ਕਿਤੇ ਕਾਂਗਰਸ ਨੂੰ ਜ਼ਰੂਰ ਭੁਗਤਣਾ ਪੈ ਸਕਦਾ। ਜੀ ਬਿਲਕੁਲ। ਸੁਨੀਲ ਜਾਖੜ ਜਿੰਨੇ ਹਿੰਦੂਆਂ 'ਚ ਪ੍ਰਵਾਨਿਤ ਨੇ, ਉਹਨੇ ਸਿੱਖਾਂ 'ਚ ਵੀ ਨੇ। ਇਸ ਪਰਿਵਾਰ ਦੇ ਵਿੱਚੋਂ ਇਸ ਪੀੜ੍ਹੀ ਦਾ ਇਹ ਆਗੂ ਜ਼ਿਆਦਾ ਪ੍ਰੋ ਪੰਜਾਬੀ ਦੱਸਿਆ। ਪਹਿਲਿਆਂ ਲਈ ਤਾਂ ਆਪਾਂ ਕੋਈ ਜ਼ਿਆਦਾ ਕਹਿ ਨਹੀਂ ਸਕਦੇ, ਉਹ ਕਈ ਤਰ੍ਹਾਂ ਦੀਆਂ ਵਿਸੰਗਤੀਆਂ ਹੋਣਗੀਆਂ, ਲੇਕਿਨ ਇੱਥੇ ਸੁਨੀਲ ਜਾਖੜ ਦੇ ਮਾਮਲੇ 'ਚ ਪੰਜਾਬ ਦੀ ਪ੍ਰਵਾਨਗੀ ਕਾਫੀ ਚੰਗੀ ਸੀ। ਕਾਂਗਰਸ ਨੇ ਸਮੀਕਰਨ ਬਣਾਉਣ ਲੱਗਿਆ ਕਾਫੀ ਨੁਕਸਾਨ ਵਾਲੇ ਸੌਦੇ ਵੀ ਕੀਤੇ ਨੇ ਕਈ ਜਗ੍ਹਾ ਦੇ ਉੱਤੇ। ਲੇਕਿਨ ਜੇਕਰ ਅਸੀਂ ਹੁਣ ਕਿਸਾਨੀ ਬਿੱਲਾਂ ਦੀ ਗੱਲ ਕਰੀਏ, ਖੇਤੀ ਕਾਨੂੰਨਾਂ ਦੀ ਗੱਲ ਕਰੀਏ, ਤੇ ਉਹਦੇ ਉੱਤੇ 24 ਤਰੀਕ ਦੀ ਕੈਬਨਿਟ 'ਚ ਫੈਸਲਾ ਆ ਜਾਣਾ ਉਹਨਾਂ ਨੂੰ ਵਾਪਸ ਲੈਣ ਦਾ, ਜਿਹੜਾ ਉਹਨਾਂ ਪਾਰਲੀਮੈਂਟ ਨੂੰ ਰਿਕਮੈਂਡ ਕਰਨਾ ਹੁੰਦਾ ਜਾਂ ਪ੍ਰਕਿਰਿਆ ਦਾ ਹਿੱਸਾ ਹੋਊਗਾ। ਲੇਕਿਨ ਇਹਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਦਾ ਇਹ ਕਹਿਣਾ ਕਿ ਹੁਣ ਵਸਾ ਕੇ ਮਾਰਿਆ ਜਾ ਸਕਦਾ ਹੈ, ਹੁਣ ਲੁਕਵੇਂ ਤਰੀਕੇ ਨਾਲ, ਹਿਡਨ ਤਰੀਕੇ ਨਾਲ MSP ਤੇ ਵਾਰ ਹੋ ਸਕਦਾ ਹੈ, ਹੁਣ ਬਹੁਤ ਕੁਝ ਐਸਾ ਵਾਪਰ ਸਕਦਾ ਖੇਤੀ ਨਾਲ ਜੁੜਿਆ ਜਿਹੜਾ ਪਰਦੇ ਤੇ ਨਹੀਂ ਹੋਊਗਾ, ਲੇਕਿਨ ਪਰਦੇ ਦੇ ਪਿੱਛੇ ਸਰਕਾਰੀ ਪੱਧਰ ਤੇ ਫੈਸਲੇ ਆਉਣਗੇ। ਹੋਰ ਸੁਚੇਤ ਹੋਣ ਦੀ ਲੋੜ ਆ, ਪੰਜਾਬ ਨੂੰ ਆਪਣਾ ਮਾਡਲ ਘੜਨ ਦੀ ਲੋੜ ਆ। ਉਹ ਆਪਣੇ ਮੁੱਖ ਮੰਤਰੀ ਨੂੰ ਕਹਿੰਦੇ ਆ ਕਿ ਹੁਣ ਛੋਟੀ ਕਿਸਾਨੀ ਲਈ ਸਾਨੂੰ ਇੱਥੇ ਹੀ ਕੋਈ ਵਿਧੀਵਤ ਤਰੀਕੇ ਨਾਲ ਬਣਾਉਣਾ ਪਊਗਾ। ਇਹ ਜਿਹੜੇ ਇਸ ਤਰ੍ਹਾਂ ਦੇ ਸਵਾਲ ਨੇ, ਇਹਨਾਂ 'ਚ ਕਿੰਨਾ ਕੁ ਦਮ ਹੈ? ਮਨਪ੍ਰੀਤ ਜੀ, ਕਿਵੇਂ ਸਮਝਦੇ ਹੋ ਕਿ ਸੱਚਮੁੱਚ ਕੇਂਦਰ, ਇਹ ਇੱਕ ਬਹੁਤ ਵੱਡਾ ਅਹਿਮ ਸਵਾਲ ਆ ਕਿ ਜਦੋਂ ਸਾਰੇ ਹੀ ਲੋਕ, ਪੰਜਾਬ ਛੱਡ ਲਓ ਤੁਸੀਂ, ਦੇਸ਼ ਭਰ ਦੇ ਸਿਆਸੀ ਲੋਕਾਂ ਨੇ ਕਿਸਾਨੀ ਅੰਦੋਲਨ ਦੀ ਤਾਕਤ ਵੇਖ ਲਈ ਆ, ਕਿ ਕੋਈ ਹੁਣ ਹੀਆ ਕਰੂਗਾ, ਕੋਈ ਹਿੰਮਤ ਕਰੂਗਾ, ਕੋਈ ਜੁਰਤ ਕਰੂਗਾ
ਕਿਸਾਨੀ ਦੇ ਖਿਲਾਫ ਕੁਝ ਗੱਲ ਕਰਨ ਦੀ। ਕੋਈ ਆਪਣੀ ਸਿਆਸੀ ਜ਼ਮੀਨ ਤੇ ਹਮਲਾ ਕਿਉਂ ਕਰੂਗਾ? ਕੌਣ ਚਾਹੂਗਾ ਕਿ ਉਹ ਲੋਕ ਜਿਨ੍ਹਾਂ ਦਾ ਕੋਈ ਖਾਸ ਵੱਡਾ ਲੀਡਰ ਵੀ ਨਹੀਂ, ਜਿਹੜੇ ਕੋਈ ਬਹੁਤੇ ਸੰਗਠਿਤ ਵੀ ਨਹੀਂ ਸੀ, ਬਹੁਤ ਸਾਰੇ ਵੰਡੀਆਂ ਹੋਈਆਂ ਜਥੇਬੰਦੀਆਂ ਦਾ ਹਿੱਸਾ ਸੀ, ਤੇ ਉਹ ਇੰਨੇ ਇਕੱਠੇ ਹੋ ਜਾਂਦੇ ਆ ਕਿ ਉਹ ਦੇਸ਼ ਦੇ ਸਭ ਤੋਂ ਵੱਡੇ, ਸਾਡੇ ਦੌਰ ਦੇ ਸਭ ਤੋਂ ਵੱਡੇ ਸ਼ਾਸਕ ਨੂੰ ਹਿਲਾ ਕੇ ਰੱਖ ਦਿੰਦੇ, ਉਹਨੂੰ ਆਪਣੀ ਈਨ ਜਿਹੜੀ ਛੱਡਣੀ ਪੈਂਦੀ ਹੈ। ਤੇ ਮੈਨੂੰ ਇੰਝ ਲੱਗਦਾ ਕਿ ਜਿਹੜੀ ਸਿੱਧੂ ਦੀ ਗੱਲ ਆ ਉਹਦੇ 'ਚ ਦਮ ਤਾਂ ਹੋ ਸਕਦਾ ਕਿ MSP ਵਰਗੀਆਂ ਚੀਜ਼ਾਂ ਵਾਪਰ ਸਕਦੀਆਂ, ਪਰ ਕੋਈ ਕਿਸਾਨ ਵਿਰੋਧੀ ਫੈਸਲੇ ਲੈਣ ਦੀ ਹਿੰਮਤ ਕਿਵੇਂ ਕਰ ਸਕਦੀ ਸਰਕਾਰ? ਮੇਰਾ ਖਿਆਲ ਇਹ ਨਹੀਂ, ਇਸ ਤੋਂ ਅਗਲੀ ਆਉਣ ਵਾਲੀ ਵੀ ਕੋਈ ਸਰਕਾਰ 100 ਵਾਰੀ ਸੋਚੋ ਕਿਸਾਨੀ ਫੈਸਲੇ ਲੈਣ ਲੱਗਿਆ। ਕੀ ਕਹਿੰਦੇ ਹੋ? ਰੰਧਾਵਾ ਜੀ, ਬਿਲਕੁਲ ਤੁਸੀਂ ਠੀਕ ਹੈ। ਦੇਖੋ, ਇੱਕ ਗੱਲ ਦੇਖੋ, ਜਦੋਂ ਇਹ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਲਗਭਗ 1 ਸਾਲ ਬਾਅਦ ਪ੍ਰਧਾਨ ਮੰਤਰੀ ਜਦੋਂ ਐਲਾਨ ਕਰਦੇ ਆ, ਲੈ ਦੇ ਕੇ ਕੁਝ ਕੱਢਿਆ ਪਾਇਆ ਨਹੀਂ ਆਪਾਂ। ਜੇ ਆਪਾਂ ਇਹ ਗੱਲ ਮੈਂ ਉਸ ਦਿਨ ਵੀ ਕਹੀ ਸੀ ਕਿ ਖੇਤੀ ਕਾਨੂੰਨ ਲੈ ਆਂਦੇ, ਖੇਤੀ ਕਾਨੂੰਨ ਜਨਵਰੀ ਦੇ ਮਹੀਨੇ ਤੋਂ ਸੁਪਰੀਮ ਕੋਰਟ ਵੱਲੋਂ ਔਨ ਹੋਲਡ ਆ, ਆਰਜ਼ੀ ਤੌਰ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਉਹ ਲਾਗੂ ਨਹੀਂ ਹੈ। ਹੁਣ ਉਹ ਵਾਪਸ ਹੋ ਗਏ। ਔਰ ਮੈਂ ਇਹਦੇ ਵਿੱਚ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਹੜੀ ਕਿਸਾਨਾਂ ਦੀ ਪਹਿਲਾਂ ਵੀ ਇਹਨਾਂ ਤੋਂ ਹਾਲਤ ਸੀ, ਉਹ ਕੋਈ ਜ਼ਿਆਦਾ ਵਧੀਆ ਨਹੀਂ ਸੀ। ਸਾਡਾ ਜਿਹੜਾ ਮੰਡੀਆਂ ਦਾ ਹਾਲਤ, APMC ਕਹਿ ਲਓ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਆਂ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਹਾਲਤ ਵਧੀਆ ਨਹੀਂ ਸੀ। ਉਹਨਾਂ ਦਾ ਸ਼ੋਸ਼ਣ ਹੁੰਦਾ ਸੀ, ਐਕਸਪਲੋਇਟੇਸ਼ਨ ਹੁੰਦੀ ਸੀ। ਦੇਖੋ, ਰਿਫਾਰਮਸ ਦੀ ਲੋੜ ਆ, ਬਹੁਤ ਤਰ੍ਹਾਂ ਦੇ ਸੁਧਾਰਾਂ ਦੀ ਲੋੜ ਆ, ਤਾਂ ਕਿ ਜਿਹੜੇ ਸਾਡੇ ਕਿਸਾਨਾਂ ਨੂੰ, ਉਹ ਜਿਹੜੇ ਆਤਮ ਹੱਤਿਆਵਾਂ ਕਰ ਰਹੇ ਸੀ ਜਾਂ ਉਹਨਾਂ ਦੀਆਂ ਲਗਾਤਾਰ ਜਿਹੜੇ ਉਹਨਾਂ ਤੇ ਕਰਜ਼ੇ ਸੀ, ਉਹਨਾਂ ਤੋਂ ਮੁਕਤ ਹੋ ਸਕਦੇ, ਉਹਨਾਂ ਦੀਆਂ ਆਮਦਨਾਂ ਵਧਾਈਆਂ ਜਾ ਸਕਦੀਆਂ। ਜੇ ਦੇਖੋ, ਇੱਕ ਤਰ੍ਹਾਂ ਹੋਰ ਆਪਾਂ ਨੂੰ ਸਮਝਣਾ ਚਾਹੀਦਾ ਕਿ ਕਿਸਾਨਾਂ ਦਾ ਕਾਰਪੋਰੇਟਸ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਸੰਬੰਧ ਆ। ਉਹ ਚਾਹੁੰਦੇ ਆ ਕਿ ਸਾਡੀ ਫਸਲ ਚਾਹੇ ਕੋਈ ਵੀ ਪ੍ਰਾਈਵੇਟ ਅਦਾਰਾ, ਚਾਹੇ ਨਿੱਜੀ ਅਦਾਰਾ ਚੱਕ ਲੇ, ਲੇਕਿਨ ਸਾਨੂੰ ਬਣਦਾ ਭਾਅ ਜ਼ਰੂਰ ਮਿਲੇ। ਕਮ ਸੇ ਕਮ ਸਰਕਾਰ ਇੰਨਾ ਇਨਸ਼ੋਰ ਕਰ ਲੇ ਕਿ ਜੇ ਕੋਈ ਪ੍ਰਾਈਵੇਟ ਅਦਾਰਾ ਜਾਂ ਨਿੱਜੀ ਅਦਾਰਾ ਸਾਡੀ ਫਸਲ ਖਰੀਦਦਾ ਜਾਂ ਚੱਕਦਾ, ਉਹ ਸਾਨੂੰ ਭਾਅ ਦੇ ਦੇ। ਇਸੇ ਕਰਕੇ ਉਹ ਚਾਹੁੰਦੇ ਆ ਕਿ ਜਿਹੜੀ MSP ਦੀ ਕਾਨੂੰਨੀ ਗਾਰੰਟੀ ਮਿਲਣੀ ਚਾਹੀਦੀ ਹੈ। ਦੇਖੋ, 23 ਤੋਂ 24 ਫਸਲਾਂ ਤੇ ਹਰ ਸਾਲ ਸਰਕਾਰ ਐਲਾਨ ਕਰਦੀ ਹੈ MSP ਦਾ, ਰੰਧਾਵਾ ਜੀ ਤੁਹਾਨੂੰ ਪਤਾ, ਲੇਕਿਨ ਮਿਲਦੀ ਇਸ ਕਰਕੇ ਨਹੀਂ ਕਿਉਂਕਿ ਉਸ ਤੇ ਕਿਸੇ ਦੀ ਨਜ਼ਰ ਨਹੀਂ ਹੁੰਦੀ। ਔਰ ਸਿਰਫ ਜਿਹੜੀ ਸਰਕਾਰ ਆ, ਉਹ 2 ਫਸਲਾਂ ਖਰੀਦਦੀ ਆ, ਉਹ ਹੈਗੀ ਆ ਕਣਕ ਤੇ ਝੋਨਾ। ਕਿਉਂਕਿ ਸਰਕਾਰ ਖਰੀਦਦੀ ਆ, ਇਸ ਕਰਕੇ ਉਹਨਾਂ ਨੂੰ ਉਹਨਾਂ ਮੁੱਲਾਂ ਤੇ, ਉਹਨਾਂ ਰੇਟਾਂ ਤੇ ਲੈਣਾ ਪੈਂਦਾ। ਤੇ ਇਸੇ ਕਰਕੇ ਬਾਕੀ ਫਸਲਾਂ, ਚਾਹੇ ਬਾਜਰਾ ਹੋਵੇ ਜਾਂ ਤਮਾਮ ਹੋਰ ਤਰ੍ਹਾਂ ਦੀਆਂ ਫਸਲਾਂ ਹੋਣ, ਉਹ ਕਦੇ ਵੀ ਉਸ ਮੁੱਲ ਤੇ ਨਹੀਂ ਵਿਕਦੀਆਂ। ਤੇ ਕਈ ਵਾਰੀ ਤੁਹਾਨੂੰ ਇਹ ਵੀ ਪਤਾ, ਚਾਹੇ ਉੱਤਰ ਪ੍ਰਦੇਸ਼ ਹੋਵੇ, ਬਿਹਾਰ ਹੋਵੇ, ਜਿਹੜੇ ਸਾਡੇ ਗਵਾਂਢੀ ਸੂਬੇ ਆ, ਉੱਥੋਂ ਕਿੰਨੀ ਫਸਲ ਇਸ ਪੰਜਾਬ 'ਚ ਸੂਬੇ 'ਚ ਆਉਂਦੀ ਆ ਤੇ ਫਿਰ ਚੋਰੀ ਛਿਪੇ ਵੇਚੀ ਜਾਂਦੀ ਆ, ਕਿਉਂਕਿ ਉਹਨਾਂ ਨੂੰ ਪਤਾ ਇੱਥੇ MSP ਮਿਲ ਜਾਣੀ ਆ। ਸੋ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ। ਤੇ ਫਿਰ ਬਿਜਲੀ ਸੋਧ ਬਿੱਲ ਹੋਵੇ, ਤੇ ਚਾਹੇ ਫਿਰ ਆਰਡੀਨੈਂਸ ਦਾ ਪਰਾਲੀ ਦਾ ਬਿੱਲ ਹੋਵੇ, ਇਹ ਸਾਰੀਆਂ ਚੀਜ਼ਾਂ ਨੂੰ ਵੀ, ਕਿਉਂਕਿ ਕਿਸਾਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਗਿਆ, ਦੇਖੋ ਹਜੇ ਤੱਕ ਸਿਰਫ 50% ਉਹਨਾਂ ਨੂੰ ਸਫਲਤਾ ਮਿਲੀ ਆ। ਜਿਹੜਾ ਉਹਨਾਂ ਦੇ ਅਸਲੀ ਮੁੱਦੇ ਆ, ਕਿਉਂਕਿ ਜਦੋਂ ਘਰ ਚਲੇ ਜਾਂਦੇ ਆ ਵਾਪਸ, ਇਹ ਚਲੇ ਜਾਂਦੇ ਆ ਆਪਣਾ ਨੂੰ ਘਰਾਂ ਨੂੰ ਮੁੜ ਜਾਂਦੇ ਆ, ਕਿਉਂਕਿ ਹੱਲ ਕੁਝ ਨਹੀਂ ਹੋਇਆ। ਰਿਫਾਰਮਸ ਇਕੱਠੀਆਂ ਬੈਠ ਕੇ ਕਮੇਟੀ ਬਣੇ, ਇੱਕ ਸਰਕਾਰ ਦੀ ਕਮੇਟੀ ਬਣੇ ਜਿਹਦੇ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦੇ ਹੋਣ ਤੇ ਨਾਲ ਇਹੀ ਜਿਹੜੇ ਆ ਆਪਣੇ ਕਿਸਾਨਾਂ ਦੇ ਨੁਮਾਇੰਦੇ ਹੋਣ। ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹਨਾਂ ਨੇ ਇੱਕ ਪ੍ਰਾਈਵੇਟ ਬਿੱਲ ਵੀ ਪੇਸ਼ ਕੀਤਾ ਸੀ, ਪੂਰਾ ਖਰੜਾ ਬਣਾ ਕੇ ਦਿੱਤਾ ਹੋਇਆ, ਜਿਹੜੀਆਂ 11 ਦੌਰ ਦੀਆਂ ਗੱਲਾਂ ਬਾਤਾਂ ਕਈ ਵਾਰੀ ਕਿਸਾਨ ਕਹਿੰਦੇ ਕਮ ਸੇ ਕਮ ਉਹਨਾਂ ਨੂੰ ਜਨਤਕ ਕਰ ਦਿਓ। ਕਈ ਵਾਰੀ ਕੱਲ ਵੀ ਜਿਹੜੇ ਜਨਰਲ VK ਸਿੰਘ ਆ, ਕੇਂਦਰੀ ਮੰਤਰੀ, ਉਹ ਪੁੱਛ ਰਹੇ ਸੀ ਹਜੇ ਵੀ ਕਿ ਇਹਨਾਂ 'ਚ ਕਾਲਾ ਕੀ ਆ, ਤੇ ਉਹ ਜੇ ਜਨਤਕ ਕਰ ਦਿੱਤੇ ਜਾਣ, ਉਹ 'ਚ ਇੱਕ ਕਲੌਜ਼, ਇੱਕ ਸੈਕਸ਼ਨ ਉਹਨਾਂ ਦੱਸਦਾ ਵੀ ਇਹ 'ਚ ਕਾਲਾ ਕੀ ਆ। ਕਦੇ ਆਪਾਂ ਇਸ ਤੇ ਵੀ ਡਿਸਕਸ ਕਰ ਲਾਂਗੇ। ਦੂਸਰਾ ਜਿਹੜਾ ਕਿਸਾਨਾਂ ਦੇ ਮਨਾਂ 'ਚ ਕਈ ਵਾਰੀ ਸ਼ੰਕੇ ਪੈਦਾ ਕਰਦਾ ਰੰਧਾਵਾ ਜੀ, ਉਹ ਜਿਵੇਂ ਸਾਕਸ਼ੀ ਮਹਾਰਾਜ ਇੱਕ BJP ਦੇ ਲੀਡਰ ਆ, ਉਹ ਕੱਲ ਇੱਕ ਗੱਲ ਬਿਆਨ ਬੜਾ ਅਟਪਟਾ ਜਿਹਾ ਦਿੰਦੇ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਕਾਨੂੰਨ ਤਾਂ ਜਦੋਂ ਮਰਜ਼ੀ ਬਣਾ ਲਓ ਤੇ ਜਦੋਂ ਮਰਜ਼ੀ ਵਾਪਸ ਲੈ ਆਓ। ਇਸ ਤਰ੍ਹਾਂ ਦੀਆਂ ਗੱਲਾਂ ਕਿਤੇ ਨਾ ਕਿਤੇ ਤੁਹਾਨੂੰ ਪਹਿਲਾਂ ਪਤਾ ਕਿ ਪਹਿਲਾਂ ਵੀ ਹੋ ਚੁੱਕੀਆਂ। ਹੁਣ ਇਹਨਾਂ ਗੱਲਾਂ ਦਾ ਕਰਨਾ ਵਾਜਬ ਨਹੀਂ ਹੁੰਦਾ। ਤੇ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਆ, ਦੇਖੋ 2-3 ਚੀਜ਼ਾਂ, ਸਾਡੀ ਸਾਰੀ ਜਿਹੜੀ ਵਿਵਸਥਾ PDS ਦੀ, ਜਿਹਨੂੰ ਅਸੀਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਕਹਿੰਦੇ ਆ, ਉਹ ਕਰੋਨਾ ਦੇ ਦੌਰਾਨ ਜਿੰਨਾ ਲੋਕਾਂ ਨੂੰ, ਔਰ ਖਾਸ ਤੌਰ ਤੇ ਗਰੀਬ ਲੋਕਾਂ ਨੂੰ PDS ਸਿਸਟਮ ਨੇ ਬਚਾਇਆ, ਕਿਉਂਕਿ ਲਗਾਤਾਰ ਉਹਨਾਂ ਨੂੰ ਜਿਹੜਾ ਅਨਾਜ ਸੀਗਾ ਉਹ ਮੁਫਤ ਦਿੱਤਾ ਜਾ ਰਿਹਾ ਸੀ। ਉਹਨਾਂ ਦੀਆਂ ਜ਼ਿੰਦਗੀਆਂ, ਉਹਨਾਂ ਦੇ ਜੀਵਨ ਇਸ ਸਿਸਟਮ ਨੇ ਸਾਡੇ ਬਚਾਏ ਆ। ਨਾਲ ਦੀ ਨਾਲ ਸਾਡੇ ਜਿਹੜੀ ਮੁਲਕ ਦੀ ਫੂਡ ਸਿਕਿਉਰਿਟੀ ਆ, ਉਹ ਵੀ ਇਸ ਅਨਾਜ ਨੂੰ ਪੈਦਾ ਕਰਨ ਤੋਂ ਹੀ ਜਿਹੜੀ ਆ, ਉਹ ਸਾਡੇ ਜਿਹੜੇ ਅੱਜ ਭੰਡਾਰ ਆ ਉਹ ਇੰਨੇ ਭਰੇ ਹੋਏ ਆ ਤਾਂ ਕਿ ਸਾਰੇ ਲੋਕਾਂ ਤੱਕ ਅਨਾਜ ਪਹੁੰਚ ਸਕੇ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ, MSP ਨੂੰ ਦੇਖਦੇ ਹੋਏ, ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਆਉਣਾ ਕਿ ਸਾਨੂੰ ਲੱਗਦਾ ਕਿ ਸ਼ਾਇਦ, ਤੁਸੀਂ ਐਤਕੀ ਵੀ ਦੇਖੋ, ਝੋਨੇ ਦੀ ਪੂਰੀ ਖਰੀਦ ਨਹੀਂ ਹੁੰਦੀ,
ਝੋਨੇ ਦੀ ਖਰੀਦ ਵਿੱਚੇ ਛੱਡ ਦਿੱਤੀ ਜਾਂਦੀ ਹੈ। FCI ਕਹਿੰਦੇ ਸਾਡਾ ਤਾਂ ਕੋਟਾ ਪੂਰਾ ਹੋ ਗਿਆ, ਤੇ ਫਿਰ ਪੰਜਾਬ ਸਰਕਾਰ ਨੂੰ ਕਹਿਣਾ ਪੈਂਦਾ ਕਿ ਕੋਈ ਗੱਲ ਨਹੀਂ, ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਉਹ ਤੁਹਾਡਾ ਜਿਹੜਾ ਬਚਿਆ ਹੋਈ ਤੁਹਾਡੀ ਫਸਲ ਆ ਜਾਂ ਤੁਹਾਡਾ ਅਨਾਜ ਉਹ ਖਰੀਦ ਲੈਣਗੀਆਂ। ਸੋ ਇਹ ਸਾਰਾ ਕੇਂਦਰ ਨੂੰ ਤੇ ਨਾਲ ਦੀ ਨਾਲ ਸੂਬਿਆਂ ਨੂੰ ਨਾਲ ਬਹਿਣਾ ਪਊਗਾ, ਇੱਕ ਪਾਲਿਸੀ ਬਣਾਉਣੀ ਪਊਗੀ ਤਾਂ ਕਿ ਉਹ ਕਿਸਾਨੀ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਘੱਟੋ ਘੱਟ ਜੇ ਉਹਨਾਂ ਨੂੰ ਲਾਗਤ ਹੀ ਮਿਲ ਜੇ ਜਾਂ ਲਾਗਤ ਦੇ ਉੱਤੇ ਮੁਨਾਫਾ, ਕਿਉਂਕਿ ਇਹੀ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ, ਇਹੀ ਕੇਂਦਰ ਸਰਕਾਰ ਆ ਜਦੋਂ ਸਵਾਮੀਨਾਥਨ ਕਮਿਸ਼ਨ ਕਹਿੰਦੀ ਆ ਕਿ ਇਹਨਾਂ ਦੀ ਲਾਗਤ ਇਹਨਾਂ ਨੂੰ 50% ਦੀ ਘੱਟੋ ਘੱਟ ਪ੍ਰੋਫਿਟ ਮਿਲਣਾ ਚਾਹੁੰਦਾ, ਤੇ ਉਹ ਐਫੀਡੇਵਿਟ ਦਿੰਦੇ ਨੇ ਸੁਪਰੀਮ ਕੋਰਟ ਦੇ ਵਿੱਚ ਕਿ ਨਹੀਂ, ਅਸੀਂ ਇੰਨੀ ਕੀਮਤ ਨਹੀਂ ਦੇ ਸਕਦੇ। ਸੋ ਅਖੀਰ ਤੇ ਮੈਂ ਇੰਨਾ ਕਹਿਣਾ ਚਾਹੁੰਦਾ, ਮੈਂ ਗੱਲ ਥੋੜੀ ਲੰਬੀ ਕਰ ਗਿਆ, ਕਿ ਇਹ ਜ਼ਰੂਰੀ ਬਹੁਤ ਆ ਕਿ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਿਫਾਰਮਸ ਤੇ ਜਿਹੜੇ ਸੁਧਾਰ ਆ ਉਹ ਆਉਣੇ ਚਾਹੀਦੇ ਆ ਜੀ। ਇਹ ਇੱਕ ਬੜਾ ਵੱਡਾ ਪਹਿਲੂ ਆ, ਇਹਦੇ ਤੇ ਬੜੀ ਲੰਬੀ ਬਹਿਸ ਦੀ ਲੋੜ ਆ। ਸਰਦਾਰਾ ਸਿੰਘ ਜੌਹਲ ਕਹਿੰਦੇ ਆ ਇਹ ਹੈ ਤਾਂ ਕਾਨੂੰਨ ਠੀਕ ਸੀਗੇ, ਲਿਆਂਦੇ ਗਲਤ ਤਰੀਕੇ ਨਾਲ ਗਏ। ਇਹਦੇ ਉੱਤੇ ਜੇਕਰ ਦੂਜੀ ਟਿੱਪਣੀ ਵੀ ਕਰਨੀ ਹੋਵੇ ਤਾਂ ਉਹ ਵੀ ਐਮ ਆ, ਜਿੰਨੀ ਕੀਮਤ ਵਧੂਗੀ, ਫਸਲ ਦੀ ਕੀਮਤ ਵਧੂਗੀ, ਉਨੀ ਜਿਹੜੀ ਗਰੀਬ ਲੋਕ ਉਹਨਾਂ ਤੇ ਬੋਝ ਖਰੀਦ ਦਾ ਵੀ ਪਏਗਾ। ਸਾਨੂੰ ਲੋਕਾਂ ਦੀ ਖਰੀਦ ਸ਼ਕਤੀ, ਉਹਨਾਂ ਦੀ ਜੇਬ ਦੇ ਵਿੱਚ ਪੈਸੇ ਵਧਾਉਣੇ ਪੈਣਗੇ। ਮੰਡੀ ਦੇ ਵਿੱਚ ਪੈਸੇ ਦਾ ਫਲੋ, ਮਾਰਕੀਟ ਦੇ ਵਿੱਚ ਪੈਸੇ ਦਾ ਫਲੋ ਵਧਣਾ ਚਾਹੀਦਾ। ਬੜੇ ਵੱਡੇ ਪੱਧਰਾਂ ਤੇ ਸੁਧਾਰ ਹੋਣ ਦੀ ਲੋੜ ਆ। ਅਜੇ ਸ਼ਾਇਦ ਅਸੀਂ ਮੁੱਢਲੇ ਫੇਜ਼ ਵਿੱਚ ਤੁਰੇ ਫਿਰਦੇ ਹਾਂ, ਜਿੱਥੇ ਅਸੀਂ ਲੋਕਾਂ ਨੂੰ ਸਿਰਫ ਜੀਣ ਦੀ ਗਰੰਟੀ ਦਿੰਦੇ ਫਿਰਦੇ ਹਾਂ। ਅਜੇ ਉਹਨਾਂ ਨੂੰ ਅਸਲ ਜਿਉਣ ਦਾ ਹੱਕ ਤਾਂ ਦੇਣਾ ਹੈ, ਖੁੱਲ ਕੇ ਵਿਛ ਕੇ ਜੀਣ ਦਾ। ਪਰ ਮੈਂ ਜਾਂਦੇ ਜਾਂਦੇ ਆਖਰ 'ਚ ਇੱਕ ਸਭ ਤੋਂ ਅਹਿਮ ਸਵਾਲ ਜਿਹੜਾ ਅੱਜ ਦਾ ਹੈ, ਕੇਜਰੀਵਾਲ ਪੰਜਾਬ ਵੜ ਗਏ। ਫਿਰ ਕੇਜਰੀਵਾਲ ਕਹਿੰਦੇ ਅਗਲਾ ਮਹੀਨਾ ਪੂਰਾ ਪੰਜਾਬ 'ਚ ਹੀ ਆ, ਮੈਂ ਆਉਂਦਾ ਜਾਂਦਾ ਰਹੂੰਗਾ, ਵੜਦਾ ਨਿਕਲਦਾ। ਸਵਾਲ ਸਭ ਤੋਂ ਵੱਡਾ ਕਿ ਜਿਹੜਾ ਸਭ ਤੋਂ ਅਹਿਮ ਲੀਡਰ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਮੌਜੂਦ ਆ, ਉਹ ਹੁਣ ਬੋਲਦਾ ਤਾਂ ਜ਼ਰੂਰ ਹੈ, ਲੇਕਿਨ ਉਹ ਉਹਨੇ ਖੁੱਲ ਕੇ ਨਹੀਂ ਬੋਲ ਰਿਹਾ। ਸ਼ਾਇਦ ਉਹਦੇ ਅੰਦਰ ਕੋਈ ਹਿੱਚ ਆ, ਉਹਦੇ ਅੰਦਰ ਕੋਈ ਮੁਸ਼ਕਲ ਹੈ। ਉਹਨੂੰ ਲੱਗਦਾ ਹੈ ਕਿ ਪਾਰਟੀ ਮੇਰੀ ਵਰਤੋਂ ਤਾਂ ਕਰਦੀ ਹੈ, ਮੈਨੂੰ ਸਨਮਾਨ ਨਹੀਂ ਦਿੰਦੀ। ਭਗਵੰਤ ਮਾਨ ਅਜੇ ਵੀ ਜੇ ਚਾਹਵੇ ਤਾਂ ਪੂਰਾ ਖੌਰੂ ਪਾ ਸਕਦਾ ਸੀ ਸਟੇਟ ਦੇ ਵਿੱਚ। ਉਹਦੀ ਗੱਡੀ ਦਾ ਭੱਜਣਾ ਸਵੇਰ ਤੋਂ ਸ਼ਾਮ ਤੱਕ ਇਹ ਅਜਾਈ ਨਹੀਂ ਗਿਆ। ਆਮ ਆਦਮੀ ਪਾਰਟੀ ਨੂੰ ਉਹਨੇ ਬਚਾ ਕੇ ਵੀ ਰੱਖਿਆ, ਕਿਉਂਕਿ ਉਹਨੇ ਹੀ, ਉਹਦੇ ਤੇ ਇਲਜ਼ਾਮ ਸੀ ਕਿ ਉਹਨੇ ਬਾਕੀ ਲੀਡਰ ਅੰਦਰ ਆਉਣ ਨਹੀਂ ਦਿੱਤੇ, ਪਰ ਆਪ ਜ਼ਰੂਰ ਭੱਜਾ ਫਿਰਦਾ ਰਿਹਾ। ਅੱਜ ਉਹ ਵੀ ਨਾਰਾਜ਼ ਆ। ਕੇਜਰੀਵਾਲ ਦਾ ਹੁਣ ਪੰਜਾਬ 'ਚ ਆਉਣਾ ਜਾਂ ਜਾਣਾ ਬਹੁਤੇ ਜ਼ਿਆਦਾ ਵੱਡੇ ਅਰਥ ਨਹੀਂ ਰੱਖਦਾ, ਸੁਰਖੀ ਜ਼ਿਆਦਾ ਵੱਡੀ ਨਹੀਂ ਬਣਦੀ, ਉਹਦੀਆਂ ਗਰੰਟੀਆਂ ਬੇਮਾਨੇ ਜੇ ਹੋਈ ਜਾਂਦੀਆਂ, ਕਿਉਂਕਿ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਜ਼ਰੀਓਂ ਫੈਸਲੇ ਲੈਣ ਦੀ ਅਣਹੋਂਦ ਆ। ਕੇਜਰੀਵਾਲ ਸਿਆਸੀ ਫੈਸਲੇ ਲੈਣ ਦੀ ਬਜਾਏ ਕੁਝ ਹੋਰ ਤਰ੍ਹਾਂ ਦੇ ਫੈਸਲੇ ਲੈ ਰਹੇ ਆ, ਜਿਹਦਾ ਲੋਕਾਂ ਤੇ ਭਾਰੀ ਅਸਰ ਨਹੀਂ, ਕਿਉਂਕਿ ਵਾਅਦੇ ਵੂਦੇ ਤਾਂ ਲਗਾਤਾਰ ਸਾਰੀਆਂ ਹੀ ਪਾਰਟੀਆਂ ਕਰਦੀਆਂ ਨੇ। ਕੇਜਰੀਵਾਲ ਇਸ ਦਮ ਤੇ ਵੀ ਕਿ ਅਸੀਂ ਦਿੱਲੀ 'ਚ ਇਹ ਕਰਤਾ ਉਹ ਕਰਤਾ, ਪੰਜਾਬ ਨੂੰ ਅੱਗੇ ਨਹੀਂ ਵਧਾ ਸਕਦੇ। ਦਿੱਲੀ ਇੱਕ ਸ਼ਹਿਰ ਆ, ਪੰਜਾਬ ਬਹੁਤ ਫੈਲਿਆ ਹੋਇਆ, ਬਹੁਤ ਪਿੰਡਾਂ ਦੂਰ ਤੱਕ ਹੈਗਾ। ਸੋ ਮੈਂ ਇਹਨਾਂ ਦੇ ਜਿਹੜੇ MLAs ਆ ਉਹਨਾਂ ਦੀ ਕਾਰਗੁਜ਼ਾਰੀ ਦੇ ਨਜ਼ਰੀਏ ਤੋਂ ਵੀ ਦੇਖਾਂ ਤੇ ਚਲੋ ਕੁਝ ਵੀ ਹੋਵੇ, ਉਹਨਾਂ ਦਾ ਆਪਣੇ ਹਲਕਿਆਂ 'ਚ ਵੀ ਕੋਈ ਏਡਾ ਵੱਡਾ ਨੈਟਵਰਕ ਨਹੀਂ ਬਣ ਸਕਿਆ। ਤੁਸੀਂ ਕਦੇ ਸਿਮਰਜੀਤ ਸਿੰਘ ਬੈਂਸ ਦੇ ਜਿੰਨੇ ਮਰਜ਼ੀ ਖਿਲਾਫ ਹੋਵੋ, ਉਹਦੀ ਸ਼ੈਲੀ ਦੇ ਖਿਲਾਫ ਹੋਵੋ, ਉਹਦੇ ਕੰਮ ਕਰਨ ਦੇ ਤਰੀਕੇ ਦੇ ਉੱਤੇ ਹੁਣ ਲੱਗੇ ਦੋਸ਼ ਉਹਨਾਂ ਦੇ ਨਜ਼ਰੀਓਂ ਵੀ, ਲੇਕਿਨ ਉਹਨਾਂ ਦੋਵਾਂ ਭਰਾਵਾਂ ਨੇ ਜਿਵੇਂ ਲੁਧਿਆਣੇ ਦੇ ਵਿੱਚ ਆਪਣੀ ਕਨਸਟੀਟੂਐਂਸੀ ਨੂੰ ਚਲਾਇਆ, ਜਿਸ ਤਰੀਕੇ ਨਾਲ ਉਹਨਾਂ ਆਪਣੇ ਦਫ਼ਤਰ ਰਨ ਕੀਤੇ ਆ ਕਾਰਪੋਰੇਟ ਤਰਜ਼ ਦੇ ਉੱਤੇ, ਤੇ ਉਹ ਲਗਾਤਾਰ ਜਿੱਤ ਪ੍ਰਾਪਤ ਕਰ ਰਿਹਾ। ਆਮ ਆਦਮੀ ਪਾਰਟੀ ਦਾ ਕੋਈ ਵੀ MLA ਐਸੇ ਤਰਜ਼ ਦੇ ਉੱਤੇ ਲੋਕ ਮਸਲੇ ਹੱਲ ਕਰਨ ਲਈ ਕੁਝ ਢਾਂਚਾ ਨਹੀਂ ਉਸਾਰ ਸਕਿਆ। ਸੋ ਕੇਜਰੀਵਾਲ ਤੋਂ ਇਹ ਆਸ ਬੇਮਾਨੇ ਆ ਕਿ ਇੱਕੋ ਬੰਦਾ ਸਾਰੇ ਦੇਸ਼ ਵਿੱਚ, ਮੈਂ ਗੋਆ 'ਚ ਆਹ ਕਰ ਦੂੰ, ਮੈਂ ਇੱਥੇ ਆਹ ਕਰ ਦੂੰ, ਮੈਂ ਪੰਜਾਬ 'ਚ ਆਹ ਕਰ ਦੂੰ, ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਕੇਜਰੀਵਾਲ ਨੇ ਟੀਮ ਬਣਾਉਣ ਦੇ ਵਿੱਚ ਕੰਜੂਸੀ ਵਰਤੀ ਆ, ਟੀਮ ਨੂੰ ਤਾਕਤਾਂ ਦੇਣ 'ਚ ਕੰਜੂਸੀ ਵਰਤੀ ਆ। ਪੰਜਾਬ ਦੇ ਲੋਕਾਂ ਤੇ ਯਕੀਨ ਕਰਨ ਦੀ ਬਜਾਏ ਦਿੱਲੀ ਤੋਂ ਪੇਟ ਲੋਕ ਸਿਰ ਤੇ ਬਿਠਾਏ ਆ, ਉਹੀ ਫੈਸਲੇ ਲੈਂਦੇ ਆ। ਪੰਜਾਬ ਵਾਲੇ ਉਹਨਾਂ ਦੇ ਮੂੰਹ ਵੱਲ ਵੇਂਦੇ ਰਹਿੰਦੇ ਆ, ਹਮਕੋ ਤੁਮਕੋ ਵੱਧ ਹੁੰਦੀ ਆ ਤੇ ਪੰਜਾਬ ਪਿਛਾਂਹ ਨੂੰ ਜਾਂਦਾ। ਕੀ ਕਹਿੰਦੇ ਹੋ ਜੀ? ਰੰਧਾਵਾ ਜੀ, ਤੁਸੀਂ ਬਿਲਕੁਲ ਬੜੇ ਵਿਸਤਾਰ ਦੇ ਨਾਲ ਇਸ ਸਾਰੀ ਚੀਜ਼ ਦੀ ਜਿਹੜੀ ਭਗਵੰਤ ਮਾਨ ਹੋਣਾ ਦੀ ਟੀਸ ਆ ਜਾਂ ਉਹਨਾਂ ਦਾ ਦਰਦ ਆ, ਤੁਸੀਂ ਬੜੇ ਵਧੀਆ ਸ਼ਬਦਾਂ ਦੇ ਵਿੱਚ ਬਿਆਨ ਕਰ ਦਿੱਤੀ ਆ। ਜਿੰਨੀ ਦੇਰ ਤੱਕ ਚਾਹੇ ਅਰਵਿੰਦ ਕੇਜਰੀਵਾਲ ਹੋਣੀ ਪੰਜਾਬ ਦੇ ਲੋਕਾਂ ਤੇ ਯਕੀਨ ਨਹੀਂ ਕਰਨਗੇ, ਉਹਨਾਂ ਤੇ ਭਰੋਸਾ ਨਹੀਂ ਕਰਨਗੇ ਜਾਂ ਲੋਕਲ ਲੀਡਰਸ਼ਿਪ ਨੂੰ ਅੱਗੇ ਨਹੀਂ ਲੈ ਕੇ ਆਉਣਗੇ, ਤੇ ਫਿਰ ਉਦੋਂ ਤੱਕ ਪੰਜਾਬ 'ਚ ਗੱਲ ਨਹੀਂ ਬਣਨੀ। ਇਹੀ ਉਹ ਪੰਜਾਬ ਆ ਜਿਹਨੇ ਸੰਨ 2014 ਦੇ ਵਿੱਚ ਸਭ ਤੋਂ ਪਹਿਲਾਂ ਪੂਰੇ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਾਏ। ਇੱਥੋਂ ਹੀ 4 MP ਗਏ ਆ, ਔਰ ਤੁਸੀਂ ਗੱਲ ਇਹ ਬਿਲਕੁਲ ਬਾਖੂਬੀ ਕੀਤੀ ਹੈ ਕਿ ਇਕੱਠੇ ਨਹੀਂ ਰੱਖ ਸਕੇ, ਇਹਨਾਂ ਨੂੰ ਜੋੜ ਨਹੀਂ ਸਕੇ। ਮੈਂ ਪਹਿਲਾਂ ਕਾਂਗਰਸ ਦੇ ਸੰਦਰਭ 'ਚ ਵੀ ਇਹੀ ਗੱਲ ਕੀਤੀ ਸੀ ਕਿ ਆਪਸ ਦੇ ਵਿੱਚ ਸਾਰਿਆਂ ਨੂੰ ਜੋੜ ਕੇ ਰੱਖਣਾ, ਇਹੀ ਜਿਹੜੀ ਖੂਬਸੂਰਤੀ ਹੁੰਦੀ ਹੈ ਸਿਆਸਤ ਦੀ, ਪੋਲਿਟਿਕਸ ਦੀ। ਪੋਲਿਟਿਕਸ ਇੰਨਾ ਕੋਈ ਮਾੜਾ ਸ਼ਬਦ ਨਹੀਂ ਹੈ।
ਤੇ ਜੇ ਸਾਰਿਆਂ ਨੂੰ ਜੋੜ ਕੇ ਰੱਖੋ। ਹੁਣ ਅੱਜ ਜਦੋਂ ਆਉਂਦੇ ਨੇ 2 ਦਿਨਾਂ ਦੀ ਫੇਰੀ ਤੇ ਆ, ਲੋਕ ਕਹਿ ਰਹੇ ਆ, ਕਿਆਸੇ ਲਾਏ ਜਾ ਰਹੇ ਕਿ ਸ਼ਾਇਦ ਕੋਈ ਵੱਡਾ ਐਲਾਨ ਕਰ ਦੇਣ। ਉਹਨਾਂ ਕਿਆਸਿਆਂ ਦੇ ਵਿੱਚ ਇੱਕ ਇਹ ਵੀ ਗੱਲ ਆ ਕਿ ਸ਼ਾਇਦ ਭਗਵੰਤ ਮਾਨ ਨੂੰ ਹੋ ਸਕਦਾ ਮੁੱਖ ਮੰਤਰੀ ਵਜੋਂ ਹੀ ਉਹ ਡਿਕਲੇਅਰ ਕਰ ਦੇਣ ਜਾਂ ਅਨਾਉਂਸ ਕਰ ਦੇਣ। ਤੁਸੀਂ ਪਹਿਲਾਂ ਹੀ ਕਹਿ ਦਿੱਤਾ ਕਿ ਉੱਤਰਾਖੰਡ ਦੇ ਵਿੱਚ, ਗੋਆ ਦੇ ਵਿੱਚ, ਉੱਥੇ ਜਾ ਕੇ ਵੀ ਬੜੀਆਂ ਗਾਰੰਟੀਆਂ ਦਿੰਦੇ ਆ, ਬੜੇ ਭਰੋਸੇ ਦਿੰਦੇ ਆ, ਪਰ ਕੀ ਲੋਕੀ ਇਹਨਾਂ ਭਰੋਸਿਆਂ ਚ ਆਉਣਗੇ? ਉਹ ਗੱਲ ਹੁਣ ਲੱਗਦੀ ਨਹੀਂ, ਕਿਉਂਕਿ ਇਹੀ ਅਰਵਿੰਦ ਕੇਜਰੀਵਾਲ ਸਨ 2017 ਜਦੋਂ 20 ਸੀਟਾਂ ਆਈਆਂ ਸੀ, ਉਸ ਤੋਂ ਬਾਅਦ ਲਗਭਗ ਪੰਜਾਬ ਨੂੰ ਤਿਆਗ ਗਏ ਸੀ। ਉਸ ਤੋਂ ਬਾਅਦ ਪੰਜਾਬ ਵੜਦੇ ਨਹੀਂ, ਬਹੁਤ ਦੇਰ ਲੋਕੀ ਉਹਨਾਂ ਨੂੰ ਉਡੀਕਦੇ ਰਹੇ ਕਿ ਆਓ ਤਾਂ ਸਹੀ ਇੱਕ ਵਾਰੀ ਗੱਲ ਕਰੀਏ, ਕੀ ਹੋਇਆ, ਆਪਾਂ ਬੈਠ ਕੇ ਵਿਚਾਰ ਕਰੀਏ, ਲੇਕਿਨ ਆਉਂਦੇ ਨਹੀਂ। ਹੁਣ ਦੇਖੋ, ਉਮੀਦ ਕੀਤੀ ਜਾਂਦੀ ਆ, ਰੰਧਾਵਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ, ਆਪਣੇ ਇਸ ਲੀਡਰ ਤੋਂ, ਭਗਵੰਤ ਮਾਨ ਹੋਣਾ ਤੋਂ, ਜਿਨ੍ਹਾਂ ਦੇ ਸੰਗਰੂਰ ਦੇ ਵਿੱਚ ਦੂਸਰੀ ਵਾਰੀ ਜਦੋਂ MP ਬਣਦੇ ਨੇ ਤੇ ਉਸ ਇਲਾਕੇ ਦੇ ਵਿੱਚ ਹਜੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਸਪੋਰਟ ਆ, ਉਹਨਾਂ ਦਾ ਸਮਰਥਨ ਆ। ਇਹ ਠੀਕ ਗੱਲ ਆ ਕਿ ਆਮ ਆਦਮੀ ਪਾਰਟੀ ਦਾ ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ ਉਸ ਤਰ੍ਹਾਂ ਦਾ ਵਿਸਤਾਰ ਨਹੀਂ ਹੋਇਆ, ਉਸ ਤਰ੍ਹਾਂ ਦਾ ਸਮਰਥਨ ਜਤਾਉਣ ਦੇ ਵਿੱਚ ਇਹ ਬਿਲਕੁਲ ਨਾਕਾਮਯਾਬ ਰਹੇ। ਲੇਕਿਨ ਜੇ ਹਜੇ ਵੀ ਇਹ ਲੋਕਾਂ ਤੇ ਭਰੋਸਾ ਕਰਦੇ ਨੇ, ਲੋਕਾਂ ਤੇ, ਪੰਜਾਬ ਦੇ ਲੋਕਾਂ ਤੇ ਭਰੋਸਾ ਕਰਦੇ ਤੇ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਨੇ ਤੇ ਕਠਪੁਤਲੀ ਵਾਂਗ ਜਾਂ ਰਿਮੋਟ ਕੰਟਰੋਲ ਨਾਲ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਤੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਹਜੇ ਵੀ ਲੋਕ ਇੱਥੇ ਉਹਨਾਂ ਦਾ ਸਵਾਗਤ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਕਰਨਗੇ। ਮਨਪ੍ਰੀਤ ਜੀ, ਕੱਲ ਇੱਕ ਆਪਣੀ ਫਲਾਈਟ ਦੀ ਉਡੀਕ ਕਰਦੇ ਆ, ਕੇਜਰੀਵਾਲ ਪੰਜਾਬ ਦੇ ਇੱਕ ਮੈਂਬਰ ਪਾਰਲੀਮੈਂਟ ਨਾਲ ਬੈਠੇ ਸੀ ਤੇ ਉਸ ਮੈਂਬਰ ਪਾਰਲੀਮੈਂਟ ਨੇ, ਮੈਂ ਨਾਂ ਨਹੀਂ ਲਊਂਗਾ ਹੁਣ, ਉਸ ਮੈਂਬਰ ਪਾਰਲੀਮੈਂਟ ਨੇ ਸਹਿਜ ਸੁਭਾਅ ਸਵਾਲ ਪੁੱਛਿਆ ਵੀ ਕੇਜਰੀਵਾਲ ਸਾਹਿਬ, ਪੰਜਾਬ ਨੂੰ ਲੈ ਕੇ ਤੁਹਾਡੀ ਰਣਨੀਤੀ ਉਲਝੀ ਜਿਹੀ ਆ, ਤੁਸੀਂ ਚਿਹਰਾ ਕਿਉਂ ਨਹੀਂ ਅਨਾਉਂਸ ਕਰਦੇ? ਉਹ ਕਹਿੰਦੇ ਨਹੀਂ, ਇਹ ਅਸੀਂ ਨਾ ਜੀ ਸਮਾਂ ਆਉਣ ਤੇ ਕਰ ਦਿਆਂਗੇ, ਕਈ ਵਾਰੀ ਪਹਿਲਾਂ ਚਿਹਰਾ ਐਲਾਨਣ ਨਾਲ ਨੁਕਸਾਨ ਹੋ ਜਾਂਦੇ। ਉਹ ਕਹਿੰਦੇ ਜੀ ਨਾਂ ਨੂੰ ਤਾਂ ਤੁਹਾਡੇ ਇੱਥੇ ਇੱਕ ਬਹੁਤ ਵੱਡੇ ਦੁਬਈ ਬੇਸਡ ਸਮਾਜ ਸੇਵੀ ਦਾ ਵੀ ਚੱਲਦਾ ਰਿਹਾ। ਉਹ ਕਹਿੰਦੇ ਜੀ ਅਸੀਂ ਤਾਂ ਉਹ ਨਾਂ ਚਲਾਇਆ ਨਹੀਂ ਸੀ, ਉਹਨਾਂ ਨੇ ਪਹਿਲਾਂ ਹੀ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕਰਤੇ, ਸੋ ਸਾਡੇ ਏਜੰਡੇ ਤੇ ਨਹੀਂ ਸੀ। ਦੂਜੇ ਪਾਸੇ ਜਦੋਂ ਉਹਨਾਂ ਨੂੰ ਸਵਾਲ ਇਹ ਕੀਤਾ ਵੀ ਆਪਣਾ ਨਵਜੋਤ ਸਿੰਘ ਸਿੱਧੂ ਦੀ ਗੱਲ ਵੀ ਇੱਥੇ ਪੰਜਾਬ ਦੇ ਵਿੱਚ ਉੱਡਦੀ ਫਿਰਦੀ ਰਹੀ ਵੀ ਜਦੋਂ ਨਾਰਾਜ਼ ਹੋ ਜਾਂਦੇ ਆ, ਕਿਤੇ ਤੁਹਾਡੇ ਨਾਲ ਤਾਂ ਨਹੀਂ ਗੱਲਬਾਤ ਚੱਲਦੀ। ਉਹ ਕਹਿੰਦੇ ਜੀ ਸਿਆਸਤ ਵਿੱਚ ਕੁਝ ਵੀ ਸੰਭਵ ਆ, ਜੇ ਕੀ ਪਤਾ ਅਜੇ ਵੀ ਸਿੱਧੂ ਸਾਹਿਬ ਆ ਜਾਣ। ਠੀਕ ਹੈ ਜੀ। ਸੋ ਇਹ ਕੁਝ ਗੱਲਾਂ ਜਿਹੜੀਆਂ ਗੈਰ ਰਸਮੀ ਹੋਈਆਂ, ਹਾਸੇ ਠੱਠੇ ਚ ਹੋਈਆਂ, ਲੇਕਿਨ ਇਹਨਾਂ ਦੇ ਅਰਥ ਆਪਣੇ ਆਪ ਚ ਬਹੁਤ ਵੱਡੇ ਆ। ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਫੇਸ ਦੇਣਾ, ਚਿਹਰਾ ਦੇਣਾ ਔਖਾ ਜਿਹਾ ਲੱਗ ਰਿਹਾ। ਕਿਹਦੇ ਤੇ ਯਕੀਨ ਕਰਨ, ਕਿਹਦੇ ਤੇ ਨਾ ਕਰਨ? ਵੈਸੇ ਵੀ ਪੰਜਾਬ ਚ ਵੱਡੇ ਚਿਹਰਿਆਂ ਦਾ ਕਾਲ ਆ, ਜਿਹੜੇ ਟਾਈਮ ਟੈਸਟਡ ਲੋਕ ਆ, ਹੁਣ ਉਹ ਬਹੁਤੇ ਨਜ਼ਰ ਚ ਆਉਂਦੇ ਨਹੀਂ। ਜਿਹੜੇ ਹੈਗੇ ਆ ਉਹ ਆਪਣੀਆਂ ਪਾਰਟੀਆਂ ਚ ਸਟਰਗਲ ਕਰ ਰਹੇ ਆ, ਔਰ ਜਦੋਂ ਰਾਜਨੀਤੀਵਾਨ ਸੰਘਰਸ਼ ਕਰਦੇ ਦਿਸਦੇ ਆ ਨਾ ਸੱਤਾ ਪ੍ਰਾਪਤੀ ਲਈ, ਉਦੋਂ ਆਮ ਬੰਦੇ ਨੂੰ ਸਵਾਦ ਬੜਾ ਆਉਂਦਾ, ਕਿਉਂਕਿ ਕਈ ਵਾਰੀ ਪੋਲੀਟੀਸ਼ੀਅਨ ਰੱਬ ਬਣ ਕੇ ਬੈਠੇ ਸਾਡੇ ਤੇ। ਪੋਲੀਟੀਸ਼ੀਅਨਸ ਦੀਆਂ ਗਲਤੀਆਂ ਕਰਕੇ ਪੰਜਾਬ ਬਹੁਤ ਸੁੰਗੜਿਆ। ਪੰਜਾਬ ਨੇ ਮਾਰਾਂ ਬੜੀਆਂ ਝੱਲੀਆਂ ਨੇ। ਆਜ਼ਾਦੀ ਤੋਂ ਬਾਅਦ ਲਗਾਤਾਰ ਪੰਜਾਬੀ ਸੂਬੇ ਦੀ ਬਣਤਰ ਤੋਂ ਲੈ ਕੇ 84 ਵਾਲੇ ਘਟਨਾਕ੍ਰਮ ਤੇ ਉਸ ਤੋਂ ਬਾਅਦ ਹੁਣ ਤੱਕ ਰਾਜਨੀਤੀਵਾਨਾਂ ਦੀਆਂ ਕਈ ਗਲਤੀਆਂ ਨੇ ਅਸੀਂ ਝੰਬਿਆ। ਤੇ ਹੁਣ ਜਦੋਂ ਰਾਜਨੀਤੀਵਾਨ ਹੱਥ ਜੇ ਮਲਦੇ ਫਿਰਦੇ ਆ, ਪਤਾ ਕੋਈ ਨਹੀਂ ਲੱਗਦਾ ਵੀ ਐਤਕੀ ਹੋਣ ਕੀ ਵਾਲਾ, ਤੇ ਫਿਰ ਉਦੋਂ ਸੱਚਮੁੱਚ ਖੁਸ਼ੀ ਤਾਂ ਲੋਕਾਂ ਨੂੰ ਹੁੰਦੀ ਹੈ ਵੀ ਹੁਣ ਆਇਆ ਊਠ ਪਹਾੜ ਦੇ ਥੱਲੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।